ਜੇਮਸ ਕਰਕੇ ਉਹਦਾ ਨਾਮ ਹੈ ਸ਼ਾਇਦ, ਤੇ ਉਹਦੀ ਗਰਲਫ੍ਰੈਂਡ ਨੇ ਉਹਦੀ ਇੱਕ ਹਾਰਡ ਡਰਾਈਵ ਡਸਟਬਿਨ 'ਚ ਸਿੱਟਤੀ ਸੀ। ਅੱਛਾ ਉਸ ਹਾਰਡ ਡਰਾਈਵ ਦੇ ਵਿੱਚ ਉਹਦੇ ਇੱਕ ਕ੍ਰਿਪਟੋ ਵਾਲਟ ਦਾ ਪਾਸਵਰਡ ਹੈ ਜਿਸ 'ਚ 8000 ਬਿਟਕੋਇਨ ਨੇ। 8000 8000 $1.5 ਬਿਲੀਅਨ ਦੇ ਬਣਦੇ ਨੇ ਸ਼ਾਇਦ, ਉਹ 15,000 ਕਰੋੜ ਦੇ ਬਣਦੇ ਨੇ। ਤੇ ਉਹਨੇ ਕੀ ਕੀਤਾ, ਜਿੱਥੇ ਉਹ ਕੂੜਾ ਗਿਆ ਸੀ ਉਹਨੇ ਉਹ ਪੂਰਾ ਕੂੜੇਦਾਨ ਦਾ, ਉਹਨੇ ਪਹਿਲਾਂ ਸਰਕਾਰ ਨੂੰ ਕਿਹਾ ਕਿ ਮੈਨੂੰ ਲੱਭ ਲੈਣ ਦਿਓ, ਕਿਸੇ ਨੇ ਅਲਾਉ ਨਹੀਂ ਕੀਤਾ, ਤਾਂ ਉਹਨੇ ਪੂਰਾ ਡੰਪਿੰਗ ਗਰਾਊਂਡ ਖਰੀਦਿਆ ਤੇ ਅੱਜ ਉਹ ਹਰ ਰੋਜ਼ ਜਾਂਦਾ ਹੈ ਕੂੜਾ ਛਾਣ ਰਿਹਾ ਤਾਂ ਕਿ ਉਹਨੂੰ ਹਾਰਡ ਡਰਾਈਵ ਮਿਲ ਸਕੇ। ਤੇ ਜਿਹਨੇ ਬਣਾਇਆ ਅੱਜ ਤੱਕ ਕਿਸੇ ਨੂੰ ਪਤਾ ਨਹੀਂ, ਨਾਮ ਜ਼ਰੂਰ ਹੈਗਾ ਉਹਦਾ, ਜੈਪਨੀਜ਼ ਨਾਮ ਸਾਊਂਡ ਕਰਦਾ, ਬਟ ਨੋਬਡੀ ਨੋਜ਼ ਉਹ ਕੌਣ ਹੈ, ਉਹਦੀ ਕਦੀ ਨਾ ਸ਼ਕਲ ਨਹੀਂ ਹੈ, ਕੁਝ ਨਹੀਂ ਹੈ। ਕ੍ਰਿਪਟੋ ਕਰੰਸੀ ਕਿਵੇਂ ਸਟਾਰਟ ਹੋਈ ਸੀ? ਜਿਹੜਾ ਪਹਿਲਾ ਬਿਟਕੋਇਨ ਜਦੋਂ ਸ਼ੁਰੂ ਹੋਇਆ ਸੀਗਾ, ਇਹ ਬੇਸਿਕਲੀ ਬਣਾਇਆ ਸੀਗਾ ਕਿ ਮੈਂ ਤੁਹਾਨੂੰ ਪੇਮੈਂਟ ਕਰਨੀ ਹੈ, ਹੁਣ ਜੇ ਅਸੀਂ ਕਰਦੇ ਹਾਂ ਤਾਂ ਇੱਕ ਬੈਂਕ ਦੇ ਸਰਵਰ ਦੇ ਥਰੂ ਜਾਂਦੀ ਹੈ ਜੀ। ਇਹ ਜਦੋਂ ਅਸੀਂ ਕ੍ਰਿਪਟੋ ਦੇ ਵਿੱਚ ਕਰਦੇ ਹਾਂ ਤਾਂ ਕੋਈ ਵੀ ਬੈਂਕ ਜਾਂ ਕੋਈ ਵੀ ਸੈਂਟਰਲ ਗਵਰਨਮੈਂਟ, ਕੋਈ ਇਹਨਾਂ ਦੇ ਰੂਲ, ਕੋਈ ਉਹਨਾਂ ਦੇ ਥਰੂ ਨਹੀਂ ਜਾਂਦਾ, ਇਹ ਸਿੱਧੀ ਟ੍ਰਾਂਜੈਕਸ਼ਨ ਜਾਂਦੀ ਇੱਕ ਬਲੌਕਚੇਨ ਦੇ ਥਰੂ। ਫਾਇਦਾ ਇਹ ਹੈ ਕਿ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠ ਕੇ ਕਦੀ ਵੀ ਤੁਸੀਂ ਕਿਸੇ ਨੂੰ ਵੀ ਪੈਸਾ ਭੇਜ ਸਕਦੇ ਅੱਛਾ ਐਟ ਅ ਵੈਰੀ ਲੋਅਰ ਪ੍ਰਾਈਸ, ਤੇ ਬਹੁਤ ਲੋ ਚਾਰजेस ਲੱਗਦੇ ਨੇ ਦੈਨ ਬੈਂਕਸ ਐਂਡ ਆਲ, ਤੇ ਟਾਈਮ ਕੰਸਟ੍ਰੇਨ ਨਹੀਂ ਹੈ। 20 ਤੋਂ ਪਹਿਲਾਂ ਹੀ ਆਈ ਥਿੰਕ 4-5 ਸਾਲ ਦੇ $60,000 ਤੱਕ ਚਲਾ ਗਿਆ, ਮਤਲਬ 13,000% ਦੀ ਰਿਟਰਨ। ਅੱਛਾ ਹੁਣ ਕ੍ਰਿਪਟੋ ਦੇ ਵਿੱਚ ਕੀ ਆ, ਵੋਲੇਟਿਲਿਟੀ ਬਹੁਤ, ਕਿਉਂਕਿ ਸੈਂਟਰਲਾਈਜ਼ ਨਹੀਂ ਹੈ, ਰੈਗੂਲਰਾਈਜ਼ ਨਹੀਂ ਹੈ, ਤਾਂ ਇਮੋਸ਼ਨਲ ਬਹੁਤ ਜ਼ਿਆਦਾ ਕੁਐਸਚਨ ਕਰਦੇ। ਇਮੋਸ਼ਨ ਆਉਂਦੇ ਨੇ ਕਿ ਕ੍ਰਿਪਟੋ ਬੈਨ ਹੋਣ ਲੱਗੇ ਕੰਟਰੀ 'ਚ ਵੇਚਣਾ ਸ਼ੁਰੂ ਕਰਨਾ, ਉਹ ਰੈਗੂਲਰਾਈਜ਼ ਹੋਣ ਲੱਗੇ, ਚਲੋ ਜੀ ਖਰੀਦ ਲੈ, ਉਹ ਨਹੀਂ ਹੋਇਆ ਬਈ, ਤਾਂ ਉਹ ਜਿਹੜਾ ਡਿਪਸ ਤੇ ਉਹ ਜਿਹੜੀ ਫਾਲ ਹੈ ਉਹ ਬਹੁਤ ਜ਼ਿਆਦਾ ਹੈ, ਇਸ ਕਰਕੇ ਰਿਸਕੀ ਜ਼ਿਆਦਾ ਹੋ। ਲੋਕਾਂ ਨੇ ਦੇਖਿਆ ਕਿ ਯਾਰ ਉਹਨੇ 10 ਰੁਪਏ ਦਾ ਖਰੀਦਿਆ ਸੀਗਾ, ਉਹ ਦੇਖ ਕਰੋੜ ਰੁਪਏ ਦਾ ਹੋ ਗਿਆ, ਉਹ ਦੇਖ ਲੱਖ ਰੁਪਏ ਦਾ ਹੋ ਗਿਆ। ਉਹ ਸਾਰਾ ਚੀਜ਼ਾਂ ਨੇ ਲੋਕਾਂ ਨੂੰ ਕ੍ਰਿਪਟੋ ਦੇ ਤਰਫ ਪਤਾ। ਕ੍ਰਿਪਟੋ ਦੇ ਵਿੱਚ ਵੀ ਜੇ ਤੁਸੀਂ ਟ੍ਰੇਡਿੰਗ ਕਰ ਰਹੇ ਹੋ, ਔਨ ਐਨ ਐਵਰੇਜ ਕਰ ਰਹੇ ਹੋ, ਵੋਲੇਟਿਲਿਟੀ ਜ਼ਰੂਰ ਬਹੁਤ ਪੈਸਾ ਗਵਾਉਂਦੀ ਹੈ, ਪੈਸਾ ਦਿਵਾਉਂਦੀ ਵੀ। ਅੱਧੇ ਲੋਕੀ ਇਹਨੂੰ ਸਟਾਕ ਮਾਰਕੀਟ ਸਮਝ ਕੇ ਚਾਹੁੰਦੇ ਨੇ, ਤੇ ਮਜ਼ੇ ਦੀ ਗੱਲ ਤੁਸੀਂ ਇਹ ਸਮਝੋ, ਸਟਾਕ ਮਾਰਕੀਟ ਤੋਂ ਡਰਦੇ ਨੇ, ਕ੍ਰਿਪਟੋ ਤੋਂ ਨਹੀਂ ਡਰਦੇ। ਹੁਣ $1 ਲੱਖ ਜਦੋਂ ਟੱਪਿਆ ਤਾਂ ਲੋਕਾਂ ਨੇ ਕਿਹਾ ਬਸ ਹੁਣ ਤਾਂ ਇਹ ਜਾਊਗਾ। ਉਹ $1 ਲੱਖ ਮੇਰੇ ਹਿਸਾਬ ਨਾਲ 3-4 ਮਹੀਨੇ ਹੋ ਗਏ ਉੱਥੇ ਹੀ ਫਿਰ ਰਹੇ। ਤੇ ਇੰਡੀਆ ਦੇ ਵਿੱਚ ਇਹਦਾ ਕੀ ਸੀਨ ਹੈ ਰੈਗੂਲੇਸ਼ਨ ਦੀ? ਰੈਗੂਲਰਾਈਜ਼ ਤਾਂ ਹਾਲੇ ਵੀ ਨਹੀਂ, ਗਵਰਨਮੈਂਟ ਜੂਝ ਰਹੀ ਹੈ ਬਹੁਤ ਦੇਰ ਤੋਂ, ਪਰ ਸਰਕਾਰ ਨੇ ਬਹੁਤ ਇੱਕ ਇਹੋ ਜਿਹੀ ਚੀਜ਼ ਕੀਤੀ ਜੋ ਕ੍ਰਿਪਟੋ ਨੂੰ ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ ਹੈ? ਬਹੁਤ ਵਧੀਆ। ਤੇ ਆਪਾਂ ਜਿੱਦਾਂ ਹਰ ਵਾਰੀ ਸ਼ੁਰੂਆਤ ਇੱਦਾਂ ਹੁੰਦੀ ਹੈ ਕਿ ਮਿਊਚੁਅਲ ਫੰਡ, SIP ਦੇ ਪੈਸੇ ਦੀ ਜਿਹੜਾ ਪੈਸੇ ਲਈ ਮਾਈਂਡ ਸੈਟ ਹੈ, ਉਹਦੇ 'ਤੇ ਆਪਾਂ ਜ਼ਿਆਦਾ 6-7 ਐਪੀਸੋਡ ਆਪਣੇ ਹੋ ਗਏ ਜੀ। ਤੇ ਮੈਨੂੰ ਲੱਗਦਾ ਜਿਹੜੇ ਵੀ ਇਹ ਸੀਰੀਜ਼ ਆ ਜੁੜੇ ਆ, ਜਿੰਨੇ ਵੀ ਲੋਕ ਹੈ, ਤਾਂ ਕਮੈਂਟ ਦੇ ਵਿੱਚ ਮੈਨੂੰ ਲੱਗਦਾ ਜਿੰਨੇ ਵੀ ਕਮੈਂਟਸ ਆਏ ਆ ਤਾਂ ਪੋਜ਼ੀਟਿਵ ਹੀ ਆ, ਤਾਂ ਲੋਕ ਹੋਰ ਬਹੁਤ ਕੁਝ ਜਾਣਨਾ ਚਾਹੁੰਦੇ ਆ। ਤੇ ਕੁਝ ਦਿਨ ਪਹਿਲਾਂ ਨਾ ਮੈਨੂੰ ਕਿਸੇ ਦਾ ਪਰਸਨਲ ਮੈਸੇਜ ਵੀ ਇੱਦਾਂ ਹੀ ਆਇਆ ਕਿ ਤੁਸੀਂ ਮਤਲਬ ਇਹਦੇ ਬਾਰੇ ਤਾਂ ਗੱਲ ਕਰ ਰਹੇ ਹੋ, ਪਰ ਅੱਜ ਕੱਲ੍ਹ ਜਿਹੜਾ ਹੌਟ ਟੌਪਿਕ ਹੈ ਉਹ ਕੁਝ ਹੋਰ ਵੀ ਨੇ ਜੀ। ਤੇ ਉਹਦੇ ਵਿੱਚ ਕ੍ਰਿਪਟੋ ਦੀ ਬੜੀ ਲੋਕੀ ਗੱਲ ਕਰਦੇ ਆ, ਖਾਸ ਕਰ ਜਿਹੜੇ ਆਪਾਂ ਕੰਟੈਂਟ ਹਿੰਦੀ ਜਾਂ ਇੰਗਲਿਸ਼ ਦੇਖਦੇ ਉਹ 'ਚ ਕ੍ਰਿਪਟੋ ਦਾ ਬਹੁਤ ਜ਼ਿਆਦਾ ਹੈ, ਪਰ ਪੰਜਾਬੀ 'ਚ ਮੈਨੂੰ ਨਹੀਂ ਦਿਖਦਾ ਕਿ ਉਸ ਤਰੀਕੇ ਨਾਲ ਕਿਸੇ ਨੇ ਐਕਸਪਲੇਨ ਕੀਤਾ ਹੈ। ਤੇ ਮੈਂ ਸੋਚਿਆ ਕਿ ਅੱਜ ਆਪਾਂ ਮਿਊਚੁਅਲ ਫੰਡ, SIP ਜਾਂ ਇਹਨਾਂ ਤੋਂ ਹਟ ਕੇ ਆਪਾਂ ਕ੍ਰਿਪਟੋ ਬਾਰੇ ਇੱਕ ਵਾਰੀ ਗੱਲ ਕਰੀਏ। ਤੇ ਕਿਉਂਕਿ ਮੈਨੂੰ ਵੀ ਇੰਨਾ ਨਹੀਂ ਪਤਾ, ਇੰਨਾ ਥੋੜ੍ਹਾ ਬਹੁਤ ਪਤਾ ਹੈ ਕਿ ਬਿਟਕੋਇਨ ਬਹੁਤ ਹੋਇਆ ਇੱਕ ਵਾਰੀ, ਤੇ ਲੋਕਾਂ ਨੇ ਬੜੇ ਕਹਿੰਦੇ ਕਮਾਏ ਆ, ਤੇ ਕਈਆਂ ਨੇ ਹੁਣ ਮਤਲਬ ਗਵਾਏ ਵੀ ਹੋ ਸਕਦੇ ਨੇ, ਇਹ ਨਹੀਂ ਮੈਨੂੰ ਪਤਾ, ਪਰ ਇਹ ਹੈ ਕੀ ਚੀਜ਼, ਤੁਸੀਂ ਦੱਸੋ ਪਹਿਲਾਂ। ਬੇਸਿਕਲੀ ਕੀ ਹੈ ਕਿ ਇਹ ਸਾਰਾ ਕੁਝ ਆਪਣੇ ਉਸੇ ਪੈਸੇ ਦੇ ਵਿੱਚ ਹੀ ਆਉਂਦਾ। ਇਹ ਇੱਕ ਹਾਈ ਰਿਸਕ ਹਾਈ ਰਿਵਾਰਡ ਵਾਲਾ ਸੈਗਮੈਂਟ ਹੈ ਇਨਵੈਸਟਮੈਂਟ ਜਾਂ ਮਨੀ ਦਾ। ਅੱਛਾ ਕ੍ਰਿਪਟੋ ਬੇਸਿਕਲੀ ਜੇ ਬਿਲਕੁਲ ਆਪਾਂ ਸਟਾਰਟਿੰਗ ਤੋਂ ਸ਼ੁਰੂ ਕਰ ਲਈ, ਕ੍ਰਿਪਟੋ ਕਰੰਸੀ ਕੀ ਸੀ? ਕ੍ਰਿਪਟੋ ਦਾ ਮਤਲਬ ਹੁੰਦਾ ਗੁਪਤ ਜਾਂ ਛੁਪਿਆ ਹੋਇਆ। ਅੱਛਾ ਤੇ ਇਹ ਕ੍ਰਿਪਟੋ ਕਰੰਸੀ ਸ਼ੁਰੂ ਕਰਨ ਦਾ ਇਹਨਾਂ ਦਾ ਕਾਰਨ ਸੀਗਾ ਕਿ ਕੁਝ ਲੋਕਾਂ ਨੂੰ ਰੈਗੂਲਰਾਈਜੇਸ਼ਨ ਜਾਂ ਬੈਂਕ ਦਾ ਕੰਟਰੋਲ ਜਾਂ ਸਰਕਾਰ ਦਾ ਕੰਟਰੋਲ ਓਵਰ ਮਨੀ ਨਹੀਂ ਪਸੰਦ, ਰੈਬਲ ਜਿਵੇਂ ਸਮਝ ਲਓ। ਤਾਂ ਉਹਨਾਂ ਨੇ ਇਹ ਇੱਕ ਸ਼ੁਰੂਆਤ ਕੀਤੀ ਸੀ ਕਿ ਇੱਕ ਇਹੋ ਜਿਹੀ ਕਰੰਸੀ ਹੈ, ਇੱਕ ਇਹੋ ਜਿਹੀ ਮੋਡ ਆਫ ਪੇਮੈਂਟ, ਆਨਲਾਈਨ ਪੇਮੈਂਟ ਕਰਨ ਦਾ ਤਰੀਕਾ ਜੋ ਬੈਂਕਸ ਦੇ ਥਰੂ ਨਾ ਆ ਰਿਹਾ ਹੋਵੇ। ਅੱਛਾ ਤਾਂ ਕ੍ਰਿਪਟੋ ਕਰੰਸੀ ਕਿਵੇਂ ਸਟਾਰਟ ਹੋਈ ਸੀ? ਜਿਹੜਾ ਪਹਿਲਾ ਬਿਟਕੋਇਨ ਜਦੋਂ ਸ਼ੁਰੂ ਹੋਇਆ ਸੀਗਾ, ਇਹ ਬੇਸਿਕਲੀ ਬਣਾਇਆ ਸੀਗਾ ਕਿ ਮੈਂ ਤੁਹਾਨੂੰ ਪੇਮੈਂਟ ਕਰਨੀ ਹੈ, ਹੁਣ ਜੇ ਅਸੀਂ ਕਰਦੇ ਹਾਂ ਤਾਂ ਇੱਕ ਬੈਂਕ ਦੇ ਸਰਵਰ ਦੇ ਥਰੂ ਜਾਂਦੀ ਹੈ ਜੀ। ਇਹ ਜਦੋਂ ਅਸੀਂ ਕ੍ਰਿਪਟੋ ਦੇ ਵਿੱਚ ਕਰਦੇ ਹਾਂ ਤਾਂ ਕੋਈ ਵੀ ਬੈਂਕ ਜਾਂ ਕੋਈ ਵੀ ਸੈਂਟਰਲ ਗਵਰਨਮੈਂਟ, ਕੋਈ ਇਹਨਾਂ ਦੇ ਰੂਲ, ਕੋਈ ਉਹਨਾਂ ਦੇ ਥਰੂ ਨਹੀਂ ਜਾਂਦਾ, ਇਹ ਸਿੱਧੀ ਟ੍ਰਾਂਜੈਕਸ਼ਨ ਜਾਂਦੀ ਹੈ ਇੱਕ ਬਲੌਕਚੇਨ ਦੇ ਥਰੂ। ਅੱਛਾ
ਤਾਂ ਇਹਨੂੰ ਕ੍ਰਿਪਟੋ ਕਰੰਸੀ ਨੂੰ ਉਸ ਤਰੀਕੇ ਲਈ ਡਿਜ਼ਾਈਨ ਕੀਤਾ ਗਿਆ ਸੀ। ਤੇ ਬੇਸਿਕਲੀ ਸਟਾਰਟਿੰਗ ਤਾਂ ਇਹਦੀ ਹੋਈ ਸੀਗੀ ਕਿ ਆਪਾਂ ਸਿਰਫ ਪੇਮੈਂਟਸ ਹੀ ਕਰਨੀਆਂ ਨੇ, ਬਟ ਹੌਲੀ ਲੋਕਾਂ ਨੇ ਇਹਨੂੰ ਜਦੋਂ ਇਹਦੀ ਪ੍ਰਾਈਸ ਜਾਂ ਇਹਦੀ ਵੋਲੇਟਿਲਿਟੀ ਵੱਧਦੇ ਦੇਖਿਆ ਤਾਂ ਜਿਹਨਾਂ ਨੂੰ ਸਮਝ ਆਇਆ ਅਰਲੀ ਅਡੋਪਟਰਸ ਕਿ ਹਾਂਜੀ ਅਸੀਂ ਵੀ ਇਸ ਟੌਪਿਕ ਨੂੰ ਸਮਝਦੇ ਹਾਂ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਸੈਂਟਰਲਾਈਜੇਸ਼ਨ ਹੈ, ਗਵਰਨਮੈਂਟ ਹਰ ਚੀਜ਼ ਨੂੰ ਕੰਟਰੋਲ ਨਾ ਕਰੇ, ਇੱਕ ਕਰੰਸੀ ਦਾ ਆਲਟਰਨੇਟ ਬਣ ਗਿਆ, ਮਤਲਬ ਤਾਂ ਰੁਪਈਏ ਦਾ ਆਲਟਰਨੇਟ ਬਣ ਗਿਆ, ਡਾਲਰ ਦਾ, ਯੂਰੋ ਦਾ, ਕਿਸੇ ਵੀ ਚੀਜ਼ ਦਾ ਇੱਕ ਆਲਟਰਨੇਟ ਬਣ ਗਿਆ ਇਹ। ਤਾਂ ਉਹਨਾਂ ਨੇ ਵੀ ਇਨਵੈਸਟਮੈਂਟ ਕਰਨੀ ਸ਼ੁਰੂ ਕੀਤੀ ਤਾਂ ਮਹਿੰਗਾ, ਫਿਰ ਲੋਕਾਂ ਨੂੰ ਇਹ ਟ੍ਰਾਂਜੈਕਸ਼ਨ ਦੀ ਜਗ੍ਹਾ ਇਹ ਜ਼ਿਆਦਾਤਰ ਐਂ ਦਿਖਣ ਲੱਗ ਗਿਆ ਕਿ ਇਹ ਬੈਟਰ ਹੈ ਇਨਵੈਸਟ ਕਰਨ ਲਈ। ਓਕੇ। ਤਾਂ ਇਹ ਅੱਜ ਕੱਲ੍ਹ ਜਿਹੜਾ ਹੈਗਾ ਕਿ ਉਹ ਲੋਕਾਂ ਨੇ ਇਹਨੂੰ ਇਨਵੈਸਟਮੈਂਟ ਦੇ ਰੂਪ 'ਚ ਸੁਧਾਰ ਲਿਆ, ਜਦ ਕਿ ਇਹ ਇਨਵੈਸਟਮੈਂਟ ਲਈ ਨਹੀਂ, ਐਕਚੁਅਲੀ ਆਨਲਾਈਨ ਪੇਮੈਂਟਸ ਤੇ ਕਰੰਸੀ ਲਈ ਬਣਿਆ ਸੀ ਕਿ ਮੈਂ ਜਿਹੜਾ ਤੁਹਾਨੂੰ 10 ਰੁਪਏ ਦੇਣਾ ਥਰੂ ਬੈਂਕ ਨਾ ਦੇਵਾਂ, ਅਸੀਂ ਇੱਦਾਂ ਇੱਕ ਆਲਟਰਨੇਟ ਸੋਰਸ ਹੋ ਜਾਵੇ ਜਿਹਦੇ ਥਰੂ ਇਹ ਪੇਮੈਂਟਸ ਵਗੈਰਾ ਹੋ ਸਕਣ। ਓਕੇ, ਡਿਜੀਟਲੀ ਮਤਲਬ ਉਹ ਚੀਜ਼ ਡਿਜੀਟਲੀ ਸਾਰਾ ਕੁਝ ਚੱਲ ਸਕੇ। ਹੁਣ ਲੋਕੀ ਕਹਿੰਦੇ ਡਿਜੀਟਲੀ ਤਾਂ ਸਾਡਾ ਪੈਸਾ ਵੀ ਬੈਂਕ ਅਕਾਊਂਟ 'ਚ ਪਿਆ, ਉਹੀ ਹੈ ਕਿ ਉਹ ਵਾਲਾ ਇੱਕ ਬੈਂਕ ਦੇ ਥਰੂ ਆਊਗਾ। ਜਦੋਂ ਗੂਗਲ ਪੇ ਵਗੈਰਾ ਕਰਦੇ ਆ ਉਹ ਤਾਂ ਫਿਰ ਬੈਂਕ ਤੋਂ ਇੱਕ ਤੋਂ ਦੂਸਰੇ ਸ਼ਿਫਟ ਹੋ ਜਾਂਦਾ। ਉਹ ਬੈਂਕ ਸਰਵਰਸ ਦੇ ਵਿੱਚ ਚੱਲ ਰਿਹਾ। ਜਿਹੜਾ ਕ੍ਰਿਪਟੋ ਹੈ, ਕ੍ਰਿਪਟੋ ਕਿਸੇ ਦੇ ਸਰਵਰ ਦੇ ਥਰੂ ਨਹੀਂ ਚੱਲ ਰਿਹਾ, ਇੱਕ ਬਲੌਕਚੇਨ ਦੇ ਥਰੂ ਚੱਲ ਰਿਹਾ। ਹੁਣ ਬਲੌਕਚੇਨ ਕੀ ਹੁੰਦੀ ਹੈ? ਇਹ ਕੀ ਹੈ ਕਿ ਜੇ ਇੱਥੇ ਲਿਖਿਆ ਕਿ ਤੁਹਾਨੂੰ ਮੈਂ 1 ਰੁਪਇਆ ਦਿੱਤਾ, ਲੈਟਸ ਸੇ ਇੱਕ ਅਸੀਂ ਕਮਾਂਡ ਦਿੱਤੀ ਕਿ 1 ਰੁਪਇਆ ਦਿੱਤਾ, ਉਹ ਹੁਣ 1 ਰੁਪਏ ਦੀਆਂ ਨਾ ਬਲੌਕਚੇਨ ਦੇ ਮਲਟੀਪਲ ਕੰਪਿਊਟਰਸ ਦੇ ਵਿੱਚ ਇੱਕ ਐਲਗੋਰਿਦਮ ਜਾਊਗੀ, ਉਹਨੂੰ ਉਹ ਸੋਲਵ ਕਰਨਗੇ ਤੇ ਉਹਦਾ ਐਂਡ ਨਿਕਲੂਗਾ ਕਿ ਹਾਂਜੀ ਇਹਨਾਂ ਨੇ 1 ਰੁਪਇਆ ਦਿੱਤਾ। ਹੁਣ ਉਹ ਕੀ ਹੈ ਕਿ ਉਹ ਇੱਕ ਬਲੌਕ ਜਿਹੜਾ ਹੈ ਉਹ ਇੱਕੋ ਹੀ ਇਨਫੋਰਮੇਸ਼ਨ ਨੂੰ ਸਟੋਰ ਕਰਦਾ ਕਿ 1 ਰੁਪਏ, ਜੇ ਮੈਂ 10 ਰੁਪਏ ਤੇ 10 ਬਲੌਕਸ ਬਣ ਕੇ ਉਵੇਂ ਆਉਂਦਾ। ਤਾਂ ਉਹਨੇ ਆਪਸ 'ਚ ਨਿਟ ਨੇ ਇਹਦੇ ਵਿੱਚ ਕੀ ਹੈ ਕਿ ਮਤਲਬ ਜੇ ਮੈਂ ਕੱਲ ਨੂੰ ਕੋਈ ਚੇਂਜਸ ਕਰਨ ਦੀ ਕੋਸ਼ਿਸ਼ ਕਰਾਂ ਤਾਂ ਹੋ ਨਹੀਂ ਸਕਦਾ, ਕਿਉਂਕਿ ਬਹੁਤ ਸਾਰੇ ਕੰਪਿਊਟਰਸ ਨੇ ਵੈਰੀਫਾਈ ਕੀਤਾ ਕਿ ਇਹ 1 ਰੁਪਏ ਸੀ। ਓਕੇ। ਤਾਂ ਉਹ ਕੀ ਹੁਣ ਉਹ 1 ਰੁਪਏ ਸਾਰੇ ਸਰਵਰਸ ਤੇ ਸੇਮ ਇਨਫੋਰਮੇਸ਼ਨ ਹੈ, ਤਾਂ ਇੱਕ ਪਾਸੇ ਚੇਂਜ ਹੋਊਗੀ ਤਾਂ ਪਤਾ ਲੱਗ ਜਾਂਦਾ। ਤਾਂ ਇੱਕ ਬੜਾ ਕਲੋਜ਼ ਨੈਟ ਜਿਹਾ ਉਹਨਾਂ ਨੇ ਸਿਸਟਮ ਬਣਾਇਆ ਜਿਹੜਾ ਬਲੌਕਚੇਨ ਦੇ ਵਿੱਚ ਇੱਕ ਦੇ ਨਾਲ ਇੱਕ ਕੜੀ ਜੁੜ ਗਈ ਹੈ ਕਿ ਕਿਤੇ ਵੀ ਕੋਈ ਚੇਂਜ ਹੁੰਦਾ ਤਾਂ ਪਤਾ ਲੱਗ ਜਾਵੇ ਸਿਕਿਉਰਿਟੀ ਲਈ, ਕਿਉਂਕਿ ਲੋਕਾਂ ਨੇ ਪੈਸਾ ਟ੍ਰਾਂਜੈਕਸ਼ਨ ਕਰਨੀ ਸੀ। ਕ੍ਰਿਪਟੋ ਕਰੰਸੀ ਦੇ ਵਿੱਚ ਫਾਇਦਾ ਇਹ ਹੈ ਕਿ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠ ਕੇ ਕਦੀ ਵੀ ਤੁਸੀਂ ਕਿਸੇ ਨੂੰ ਵੀ ਪੈਸਾ ਭੇਜ ਸਕਦੇ ਹੋ। ਅੱਛਾ, ਐਟ ਅ ਵੈਰੀ ਲੋਅਰ ਪ੍ਰਾਈਸ ਤੇ ਬਹੁਤ ਲੋ ਚਾਰजेस ਲੱਗਦੇ ਨੇ ਦੈਨ ਬੈਂਕਸ ਐਂਡ ਆਲ, ਤੇ ਟਾਈਮ ਕੰਸਟ੍ਰੇਨ ਨਹੀਂ ਹੈ। ਸਾਡੇ ਇੰਡੀਆ ਦੇ ਵਿੱਚ ਅਸੀਂ ਬੈਂਕਿੰਗ ਜਿਹੜੀ ਹੈ ਨਾ ਥੋੜੀ ਸਾਨੂੰ ਮਤਲਬ ਕੰਪੈਰੀਟਿਵਲੀ ਥਰੂ ਆਊਟ ਦਾ ਵਰਲਡ ਥੋੜੀ ਆਸਾਨ ਲੱਗਦੀ ਹੈ ਕਿ ਅਸੀਂ ਕਦੀ ਵੀ ਬੈਂਕ ਜਾ ਸਕਦੇ ਹਾਂ, ਕਦੀ ਵੀ ਪੈਸੇ ਕਢਾ ਰਹੇ ਹਾਲੇ ਵੀ ਲੋਕੀ ਫਾਰਮ ਭਰ ਕੇ ਕਢਾਉਣ। ਹਾਂ, ਮਤਲਬ ਅਸੀਂ ਕੁਝ ਵੀ ਈਜ਼ੀਲੀ ਐਕਸੈਸਿਬਲ ਹੈ। ਬਟ ਅਗਰ ਤੁਸੀਂ ਇੰਡੀਆ ਤੋਂ ਬਾਹਰ ਦੇਖੋ, ਬੈਂਕ ਜਾਣ ਦਾ ਮਤਲਬ ਇੱਕ ਪੂਰਾ ਪਲਾਨ ਹੁੰਦਾ, ਉਹਦਾ ਪਹਿਲਾਂ ਅਪਾਇੰਟਮੈਂਟ ਮਿਲਦੀ ਹੈ, ਫਿਰ ਉੱਥੇ ਜਾਂਦੇ ਨੇ, ਫਿਰ ਉਹ ਕੈਸ਼ ਟਾਈਮ ਕੱਢਣਾ ਆਪਣੇ ਕੰਮ ਤੋਂ ਪੂਰਾ ਕੱਟ ਕੇ ਉਹ ਬੈਂਕਸ ਹੁੰਦੇ ਨੇ। ਤਾਂ ਉਹਨਾਂ ਲਈ ਅਗਰ ਤੁਸੀਂ ਬੈਂਕਿੰਗ ਇੰਡਸਟਰੀ ਦੇਖੋ ਇੱਕ ਬਹੁਤ ਅਲੱਗ, ਕਿਉਂਕਿ ਐਟ ਦੀ ਐਂਡ ਦੇ ਬੈਂਕਸ ਵੀ ਇੱਕ ਬਿਜ਼ਨਸ ਹੀ ਨੇ। ਸਾਨੂੰ ਇਹ ਲੱਗਦਾ ਕਿਉਂਕਿ ਬਹੁਤ ਦੇਰ ਤੋਂ ਅਸੀਂ ਟ੍ਰੇਨਡ ਹਾਂ ਕਿ ਬੈਂਕ ਸਿਕਿਉਰ ਹੈ ਜੀ, ਬੈਂਕ ਆ ਕਰ, ਬਟ ਦੇ ਆਰ ਅਗੇਨ ਅ ਬਿਜ਼ਨਸਿਸ, ਠੀਕ ਹੈ ਨਾ। ਉਹਨਾਂ ਨੇ ਵੀ ਬਹੁਤ ਕੁਝ ਕੀਤਾ, ਈਵਨ ਉਹ ਕਹਿੰਦੇ ਨੇ ਕਿ ਕ੍ਰੈਡਿਟ ਕਾਰਡ ਲੈ ਕੇ ਆਉਣ, ਕਿਉਂਕਿ ਬੈਂਕਸ ਕੀ ਕਰਦੇ ਨੇ ਕਿ ਬੈਂਕ ਪੈਸਾ ਕਮਾਉਂਦਾ ਤੁਹਾਡੇ ਰੇਟ ਆਫ ਇੰਟਰਸਟ ਤੋਂ, ਠੀਕ ਹੈ ਜੀ। ਉਹ ਤੁਹਾਨੂੰ ਲੋਨ ਦਿੰਦਾ, ਉਸ 'ਤੇ ਤੁਸੀਂ ਪੇ ਕਰਦੇ ਹੋ 10% 12%, ਉਹ ਤੁਹਾਨੂੰ FD ਤੇ ਦਿੰਦਾ 7%, ਲੈ 12 ਰਿਹਾ ਤੇ ਦੇ 7 ਰਿਹਾ। ਹਾਂ 5% ਉਹ ਆਪਣਾ ਰੱਖ ਰਿਹਾ। ਸੇਵਿੰਗ ਅਕਾਊਂਟ 'ਚ ਬਹੁਤ ਹੀ ਥੋੜਾ ਦਿੰਦੇ ਨੇ, ਮਤਲਬ ਪੁਆਇੰਟਾਂ ਜੀ ਹੁੰਦਾ ਜਿੰਨੀ ਰਿਟਰਨ ਦਿੰਦੇ ਨੇ, ਪਰ ਉਹ ਤੁਹਾਨੂੰ ਉਹਦੇ ਵਿਆਜ ਦੇ ਉੱਤੇ ਕਿੰਨਾ ਸਾਰਾ ਕਮਾ ਰਹੇ ਨੇ। ਤਾਂ ਇਹ ਸਾਰਾ ਇੱਕ ਸੈਕਸ਼ਨ ਅਗਰ ਤੁਸੀਂ ਬੈਂਕਿੰਗ ਦਾ ਦੇਖੋ, ਕਿਸੇ ਦਿਨ ਛੇੜ ਲਾਂਗੇ ਟੌਪਿਕ ਕਿ ਬੈਂਕਿੰਗ ਇੰਡਸਟਰੀ ਕੀ ਹੈ, ਤਾਂ ਤੁਹਾਨੂੰ ਇਹ ਸਮਝ ਆਏਗਾ ਕਿ ਬੈਂਕਸ ਵੀ ਇੱਕ ਬਿਜ਼ਨਸ ਹੀ ਨੇ। ਪ੍ਰਾਈਵੇਟ ਸੈਕਟਰ ਬੈਂਕ ਵੀ ਇੱਕ ਲੋਕਾਂ ਦਾ ਧੰਦਾ ਹੈ। ਬਿਲਕੁਲ। ਤਾਂ ਉਸ ਤੋਂ ਅਲੱਗ ਆਉਣ ਲਈ ਕ੍ਰਿਪਟੋ ਦੇ ਵਿੱਚ ਲੋਕਾਂ ਨੇ ਕੀਤਾ। ਹੁਣ ਕ੍ਰਿਪਟੋ ਐਜ਼ ਅ ਇਨਵੈਸਟਮੈਂਟ ਵੀ ਚੱਲ ਪਈ, ਵੱਧ ਗਿਆ। ਹੁਣ ਜਿਵੇਂ ਕਿਸੇ ਨੇ ਜਿਵੇਂ 2009 ਦੇ ਵਿੱਚ ਸ਼ੁਰੂ ਹੋਈ ਸੀਗੀ, ਜੇ 2014 'ਚ ਖਰੀਦਿਆ ਹੁੰਦਾ ਤਾਂ $500 ਦਾ ਸੀ, ਤੇ 2000 ਮੇਰੇ ਹਿਸਾਬ ਨਾਲ 20 ਦੇ ਵਿੱਚ ਜਾਂ 22-23 ਦੇ ਵਿੱਚ 20 ਤੋਂ ਪਹਿਲਾਂ ਹੀ ਆਈ ਥਿੰਕ 4-5 ਸਾਲ ਦੇ $60,000 ਤੱਕ ਚਲਾ ਗਿਆ, ਮਤਲਬ 13,000% ਦੀ ਰਿਟਰਨ। ਅੱਛਾ, ਹੁਣ ਕ੍ਰਿਪਟੋ ਦੇ ਵਿੱਚ ਕੀ ਹੈ, ਵੋਲੇਟਿਲਿਟੀ ਬਹੁਤ ਹੈ, ਕਿਉਂਕਿ ਸੈਂਟਰਲਾਈਜ਼ ਨਹੀਂ ਹੈ, ਰੈਗੂਲਰਾਈਜ਼ ਨਹੀਂ ਹੈ, ਤਾਂ ਇਮੋਸ਼ਨਲ ਬਹੁਤ ਜ਼ਿਆਦਾ ਕੁਐਸਚਨ ਹੈ ਉਹਦੇ ਵਿੱਚ। ਇਮੋਸ਼ਨ ਆਉਂਦੇ ਨੇ ਕਿ ਕ੍ਰਿਪਟੋ ਬੈਨ ਹੋਣ ਲੱਗੇ ਕੰਟਰੀ 'ਚ ਵੇਚਣਾ ਸ਼ੁਰੂ ਕਰਨਾ, ਉਹ ਰੈਗੂਲਰਾਈਜ਼ ਹੋਣ ਲੱਗੇ, ਚਲੋ ਜੀ ਖਰੀਦ ਲੈ, ਉਹ ਨਹੀਂ ਹੋਇਆ ਬਈ। ਤਾਂ ਉਹ ਜਿਹੜਾ ਡਿਪਸ ਤੇ ਉਹ ਜਿਹੜੀ ਫਾਲ ਹੈ ਉਹ ਬਹੁਤ ਜ਼ਿਆਦਾ ਹੈ, ਇਸ ਕਰਕੇ ਰਿਸਕੀ ਜ਼ਿਆਦਾ ਹੋ ਜਾਂਦਾ। ਹੁਣ ਕ੍ਰਿਪਟੋ ਦੀ ਅਡੈਪਟੇਬਿਲਿਟੀ ਲੋਕਾਂ ਨੇ ਇਸ ਕਰਕੇ ਸ਼ੁਰੂ ਕਰਤੀ ਕਿਉਂਕਿ ਹੁਣ ਸਕਸੈਸ ਸਟੋਰੀਆਂ ਬਣ ਗਈਆਂ।
ਜਿਵੇਂ ਕੋਵਿਡ ਤੋਂ ਬਾਅਦ ਸਟਾਕ ਮਾਰਕੀਟ ਪਾਰਟਿਸਿਪੇਸ਼ਨ ਬਹੁਤ ਵੱਧ ਗਈ। ਕ੍ਰਿਪਟੋ ਦੇ ਵਿੱਚ ਕੀ ਹੋਇਆ ਕਿ ਇੱਕਦਮ ਲੋਕਾਂ ਨੇ ਦੇਖਿਆ ਕਿ ਯਾਰ ਉਹਨੇ 10 ਰੁਪਏ ਦਾ ਖਰੀਦਿਆ ਸੀਗਾ, ਉਹ ਦੇਖ ਕਰੋੜ ਰੁਪਏ ਦਾ ਹੋ ਗਿਆ, ਉਹ ਦੇਖ ਲੱਖ ਰੁਪਏ ਦਾ ਹੋ ਗਿਆ। ਉਹ ਸਾਰਾ ਚੀਜ਼ਾਂ ਨੇ ਲੋਕਾਂ ਨੂੰ ਕ੍ਰਿਪਟੋ ਦੇ ਤਰਫ ਪਤਾ ਸੀਗਾ। ਦੇਖੋ ਕ੍ਰਿਪਟੋ ਦੇ ਵਿੱਚ ਵੀ ਜੇ ਤੁਸੀਂ ਟ੍ਰੇਡਿੰਗ ਕਰ ਰਹੇ ਹੋ ਔਨ ਐਨ ਐਵਰੇਜ ਕਰ ਰਹੇ ਹੋ, ਵੋਲੇਟਿਲਿਟੀ ਜ਼ਰੂਰ ਬਹੁਤ ਪੈਸਾ ਗਵਾਉਂਦੀ ਹੈ, ਪੈਸਾ ਦਿਵਾਉਂਦੀ ਵੀ ਹੈ। ਤਾਂ ਜਿਹੜੇ ਇਹਨੂੰ ਪੂਰਾ ਉਸ ਤਰੀਕੇ ਨਾਲ ਸੋਚ ਸਮਝ ਕੇ ਕਰ ਰਹੇ ਨੇ, ਹਾਂ ਉਹਨਾਂ ਲਈ ਬੈਨੀਫੀਸ਼ੀਅਲ ਹੋ ਸਕਦੀ ਹੈ। ਪਰ ਕਿਉਂਕਿ ਇਹਦਾ ਐਂਟਰੀ ਬੈਰੀਅਰ ਬਹੁਤ ਆਸਾਨ ਹੋ ਗਿਆ, ਤੁਹਾਨੂੰ ਕੋਈ ਕਾਗਜ਼ ਨਹੀਂ ਭਰਨੇ, ਕੁਝ ਨਹੀਂ ਕਰਨੇ। ਇਟ ਇਜ਼ ਲਾਈਕ ਅ ਮੋਬਾਈਲ ਐਪ ਪਾਈ ਤੇ ਤੁਹਾਡੇ ਫੋਨ ਦੇ ਵਿੱਚ ਟੱਕ ਦੇਣ ਦੀ ਤੁਹਾਡਾ ਅਕਾਊਂਟ ਖੁੱਲ ਗਿਆ, ਉਸ 'ਚ ਪੈਸੇ ਪਾਤੇ। ਤਾਂ ਕ੍ਰਿਪਟੋ ਅਡੈਪਟੇਬਲ ਜ਼ਿਆਦਾ ਹੋ ਗਈ। ਤੇ ਇੰਡੀਆ ਦੇ ਵਿੱਚ ਇਹਦਾ ਕੀ ਸੀਨ ਹੈ ਰੈਗੂਲੇਸ਼ਨ ਲਈ? ਰੈਗੂਲਰਾਈਜ਼ ਤਾਂ ਹਾਲੇ ਵੀ ਨਹੀਂ, ਗਵਰਨਮੈਂਟ ਜੂਝ ਰਹੀ ਹੈ ਬਹੁਤ ਦੇਰ ਤੋਂ, ਪਰ ਸਰਕਾਰ ਨੇ ਬਹੁਤ ਇੱਕ ਇਹੋ ਜਿਹੀ ਚੀਜ਼ ਕੀਤੀ ਜੋ ਕ੍ਰਿਪਟੋ ਨੂੰ ਬਹੁਤ ਅਨਫੇਵਰੇਬਲ ਜਾਂ ਬਹੁਤ ਵਧੀਆ ਨਹੀਂ ਰਹਿਣ ਦਿੰਦੀ ਹਿੰਦੁਸਤਾਨ ਦੇ ਵਿੱਚ। ਕਿ ਜਿਵੇਂ ਵੀ ਤੁਸੀਂ ਕੋਈ ਵੀ ਡਿਜੀਟਲ ਟ੍ਰਾਂਜੈਕਸ਼ਨ ਕਰੋਗੇ ਕ੍ਰਿਪਟੋ ਦੇ ਵਿੱਚ 30% ਟੈਕਸ ਹੈ ਉਸ 'ਤੇ। ਉਹ ਪ੍ਰੋਫਿਟ ਕੈਪੀਟਲ ਗੇਨਸ ਵਗੈਰਾ ਦੇ ਅੰਡਰ ਨਹੀਂ ਆ ਰਿਹਾ, 30% ਸਿੱਧਾ ਟੈਕਸ ਹੈ ਉਸ 'ਤੇ। ਅੱਛਾ। ਤਾਂ ਕ੍ਰਿਪਟੋ ਇਨ ਇੰਡੀਆ ਸਹੀ ਮਤਲਬ ਸਹੀ ਪੈਮਾਨੇ 'ਤੇ ਅਗਰ ਤੁਸੀਂ ਵਾਲਟ ਦੇ ਵਿੱਚ ਟ੍ਰਾਂਜੈਕਸ਼ਨ ਜਾਂ ਕੁਝ ਕਰ ਰਹੇ ਹੋ ਠੀਕ ਹੈ। ਪਰ ਅਗਰ ਤੁਸੀਂ ਸੋਚ ਰਹੇ ਕਿ ਮੈਂ ਇਸ 'ਤੇ ਪੈਸੇ ਕਮਾਵਾਂ ਜਾਂ ਇਹ ਕਰਾਂ, ਤਾਂ ਉਸ 'ਤੇ ਟੈਕਸ ਹੀ ਇੰਨਾ ਜ਼ਿਆਦਾ ਹੈ ਕਿ ਸ਼ਾਇਦ ਉਨੀ ਰਿਟਰਨ ਤਾਂ ਲੈਣੀ ਬਹੁਤ ਔਖੀ ਹੈ। ਤਾਂ ਅਗਰ ਤੁਸੀਂ ਇਹਦਾ ਫਿਊਚਰ ਦੇਖੋ ਤਾਂ ਹਾਂਜੀ ਐਜ਼ ਅ ਟ੍ਰਾਂਜੈਕਸ਼ਨ ਜਾਂ ਪੇਮੈਂਟ ਦੇ ਵਿੱਚ ਸ਼ਾਇਦ ਹੋ ਸਕਦਾ, ਬਟ ਜੇ ਤੁਸੀਂ ਇਹਨੂੰ ਐਜ਼ ਐਨ ਇਨਵੈਸਟਮੈਂਟ ਗਰੁੱਪ ਦੇਖੋ, ਆਈ ਥਿੰਕ ਹੁਣ ਅਸੀਂ ਉਸ ਲੈਵਲ 'ਤੇ ਪਹੁੰਚ ਗਏ ਤੇ ਸ਼ਾਇਦ ਹੀ ਬਹੁਤ ਜ਼ਿਆਦਾ ਪੈਸਾ ਜਾਂ ਰਾਤੋਂ ਰਾਤ ਪੈਸਾ ਕਮਾਉਣਾ ਸ਼ਾਇਦ ਪੋਸੀਬਲ ਨਹੀਂ ਹੈ ਕ੍ਰਿਪਟੋ ਦੇ ਵਿੱਚ। ਤੇ ਇਹਦੇ ਵਿੱਚ ਹੋਰ ਚੀਜ਼ ਦੱਸੋ ਕਿ ਜਿੱਦਾਂ ਆਪਾਂ ਬੈਂਕਸ ਆਨੇ ਨਾ, ਜੀ ਉਹ ਪੂਰਾ ਰੈਗੂਲੇਸ਼ਨ ਹੈ, ਸਾਰਾ ਆਪਾਂ ਨੂੰ ਦਿਸਦਾ ਬੈਂਕ ਹੈ, ਇਹ ਹੈ ਸਾਰਾ ਕੁਛ ਹੈ ਨਾ। ਹੁਣ ਇਹ ਚੀਜ਼ ਥੋੜ੍ਹੀ ਮਤਲਬ ਜਦੋਂ ਜਿਹੜਾ ਇੱਕ ਆਮ ਬੰਦਾ ਸੋਚਦਾ ਹੈ, ਜਿਹਨੂੰ ਉਹਦੀ ਅਵੇਅਰਨੈਸ ਨਹੀਂ ਹੈਗੀ, ਨਾ ਬਲੋਕਚੇਨ ਬਾਰੇ ਪਤਾ, ਜਦੋਂ ਮੈਨੂੰ ਇਹ ਸਮਝ ਆ ਰਹੀ ਹੈ ਕਿ ਉਹ ਫਿਰ ਬੰਦਾ ਮਤਲਬ ਇਹ ਪੂਰੇ ਮਤਲਬ ਇਹਦੇ ਸਕਸੈਸ ਜਾਂ ਇਹਦੇ ਦੁਨੀਆ 'ਚ ਫੈਲਣ ਦਾ ਕੀ ਤੁਹਾਨੂੰ ਕਾਰਨ ਲੱਗਿਆ ਕਿ ਇਹ ਚੀਜ਼ ਕਿਵੇਂ ਲੋਕਾਂ ਨੇ ਇਹਦੇ 'ਤੇ ਇੰਨਾ ਫੇਥ ਕਰ? ਬੇਸਿਕਲੀ ਫੇਥ ਨਹੀਂ ਹੈ ਲੋਕਾਂ ਦਾ। ਅੱਛਾ, ਫੇਥ ਨਹੀਂ ਹੈ। ਪੈਸਾ ਕਮਾਉਣ ਬੜੇ ਇਨਵੈਸਟਮੈਂਟ ਕਰਾਂ। ਅਗਰ ਤੁਸੀਂ ਅੱਜ ਵੀ ਬਹੁਤ ਲੋਕਾਂ ਨੂੰ ਪੁੱਛੋਗੇ ਕ੍ਰਿਪਟੋ ਕਰੰਸੀ ਦਾ ਬੈਕ ਕੀ ਹੈ, ਇਹਦੀ ਸਟੋਰੀ ਕੀ ਹੈ, ਕਿਸੇ ਨੂੰ ਨਹੀਂ ਪਤਾ। ਕਿ ਹੁਣ ਕਹਿੰਦੇ ਨੇ ਲੋਕੀ ਕਹਿੰਦੇ ਨੇ ਬਿਟਕੋਇਨ ਨਾਲ ਉੱਥੇ ਪੇਮੈਂਟ ਹੁੰਦੀ ਹੈ, ਇੱਥੇ ਪੇਮੈਂਟ ਹੁੰਦੀ ਹੈ, ਕਿ ਕਰ ਦੋ ਪੇਮੈਂਟ ਗੇਟਵੇ ਹੈ। ਉਹ ਕਿਉਂ ਨਹੀਂ ਹੋ ਪਾਉਂਦਾ? ਦੇਖੋ ਇਹਦੇ ਸਕੈਮਸ ਹੋਣੇ ਬਹੁਤ ਮੁਸ਼ਕਿਲ ਨੇ। ਰੀਜ਼ਨ ਬੀਇੰਗ ਇਹ ਬਲੌਕਚੇਨ ਜਾਂ ਇਹ ਬਹੁਤ ਕਲੋਜ਼ ਨਿਟ ਨੈਟਵਰਕ ਹੈ, ਤਾਂ ਕੋਈ ਇੱਕ ਬੰਦਾ ਕਿਸੇ ਨੂੰ ਚੂਨਾ ਨਹੀਂ ਲਗਾ ਸਕਦਾ। ਪਰ ਲੋਕਾਂ ਨੇ ਕੀ ਕੀਤਾ, ਹੁਣ ਜਿਹਨਾਂ ਨੂੰ ਨਹੀਂ ਪਤਾ, ਮੈਨੂੰ ਯਾਦ ਹੈ ਕੁਛ ਆਈ ਥਿੰਕ 2 ਸਾਲ ਪਹਿਲਾਂ ਦੀ ਗੱਲ ਹੈ, ਕੋਈ ਵਨ ਕੋਇਨ ਕਰਕੇ ਸੀ, ਮੈਂ ਕੋਇਨ ਦਾ ਨਾਮ ਭੁੱਲ ਗਿਆ, ਕੋਇਨ ਬੰਦ ਹੋਇਆ ਪਿਆ ਸੀ। ਕਿਸੇ ਨੇ ਖੰਨੇ 'ਚ ਹੀ ਕਿਸੇ ਨੂੰ ਆਫਰ ਕੀਤਾ, ਕਹਿੰਦਾ ਆਹ ਫਲਾਣਾ ਕੋਇਨ ਹੈ, ਦੇਖਾ 30 ਰੁਪਏ ਦਾ ਸੀਗਾ, ਖਰੀਦ ਲੈ ਮੇਰੇ ਤੋਂ, 15 ਤੇ ਖਰੀਦ ਲਓ। ਤੇ ਕੁਦਰਤੀ ਪਤਾ ਨਹੀਂ ਸਾਡੀ ਸ਼ਾਇਦ 1-2 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ ਸੀ, ਉਹਨਾਂ ਨੇ ਮੈਨੂੰ ਫੋਨ ਕਰਕੇ ਪੁੱਛਿਆ, ਕਹਿੰਦੇ ਆਹ ਕਰਕੇ, ਮੈਂ ਤਾਂ ਕੋਇਨ ਹੀ ਬੰਦ ਹੋ ਚੁੱਕਾ ਹੈ। ਤਾਂ ਲੋਕਾਂ ਨੇ ਇਸ ਕਰਕੇ ਬਹੁਤ ਸਾਰੇ ਸਕੈਮਸ ਕਰ ਲਏ, ਬਟ ਥਰੂ ਕ੍ਰਿਪਟੋ ਦੇ ਅੰਦਰ ਸਕੈਮ ਹੋਣੇ ਦੀ ਚਾਂਸਸ ਬਹੁਤ ਹੀ ਰੇਅਰ ਨੇ। ਹੁਣ ਲੋਕਾਂ ਨੇ ਇਹਨੂੰ ਸਮਝਦੇ ਨੇ ਕਿ ਪੇਮੈਂਟ ਹੁਣ ਅਮਰੀਕਾ ਦੇ ਵਿੱਚ ਜਾਂ ਐਲ ਸਾਲਵਾਡੋਰ ਕਰਕੇ ਕੰਟਰੀ ਹੈ ਜਿੱਥੇ ਇਹਨੂੰ ਰੈਗੂਲਰਲੀ ਪੇਮੈਂਟ ਵਾਂਗੂ ਯੂਜ਼ ਕੀਤਾ ਜਾਂਦਾ ਹੈ। ਹੁਣ ਲੋਕਾਂ ਨੇ ਉਸ ਚੀਜ਼ ਨੂੰ ਬੈਕ ਕਿਉਂ ਨਹੀਂ ਕੀਤਾ ਕਿ ਇਹਦੇ ਨਾਲ ਪੇਮੈਂਟ ਹੋਵੇ? ਰੀਜ਼ਨ ਬੀਇੰਗ ਇਹਦੀ ਵੋਲੇਟਿਲਿਟੀ। ਲੈਟਸ ਸੇ ਐਗਜ਼ਾਮਪਲ ਲੈਂਦੇ ਕਿ ਅੱਜ ਆਪਾਂ ਇੱਕ ਕੌਫੀ ਲੈਣ ਗਏ, ਉਹ ਅੱਜ 0.01 ਬਿਟਕੋਇਨ ਦੀ ਹੈ, ਸਵੇਰੇ ਆਏ ਉਹ 0.02 ਦੀ ਹੋ ਜੂਗੀ, ਉਸ ਤੋਂ ਇੱਕ ਦਿਨ ਬਾਅਦ 0.05 ਦੀ ਹੋ ਜੂਗੀ, ਕਿਉਂਕਿ ਪ੍ਰਾਈਸ ਉੱਪਰ ਥੱਲੇ ਹੁੰਦਾ ਜਾ ਰਿਹਾ। ਬਿਲਕੁਲ। ਇਸ ਲਈ ਇਹਨੂੰ ਐਜ਼ ਅ ਪੇਮੈਂਟ ਗੇਟਵੇ ਅਡੈਪਟ ਕਰਨਾ ਪੋਸੀਬਲ ਨਹੀਂ ਹੋ ਪਾ ਰਿਹਾ। ਜਿਵੇਂ ਤੁਸੀਂ ਸੁਣਿਆ ਹੋਊਗਾ, ਪਹਿਲਾਂ ਕਹਾਣੀਆਂ ਆਉਂਦੀਆਂ ਨੇ ਕਿ ਇੱਕ ਬੰਦੇ ਨੇ ਪੀਜ਼ੇ ਦੇ 2 ਬਿਟਕੋਇਨ ਦੇਤੇ ਸੀਗੇ 2011-10 ਦੇ ਵਿੱਚ, ਤੇ ਅੱਜ ਉਹ ਕਿੰਨੇ ਸਾਰਾ ਹੋ ਗਿਆ, ਮਤਲਬ ਅੱਜ $1,20,000 ਹੋ ਗਏ। ਇਹ ਇਸੇ ਵੋਲੇਟਿਲਿਟੀ ਕਰਕੇ ਇਹਨੂੰ ਪੇਮੈਂਟ ਗੇਟਵੇ ਬਣਾਉਣਾ ਕਿ ਕਿਸੇ ਵੀ ਚੀਜ਼ ਦੀ ਪ੍ਰਾਈਸ ਕਰਨੀ, ਕਿਉਂਕਿ ਮਾਰਕੀਟ ਉੱਠੀ ਪ੍ਰਾਈਸ ਘਟ ਗਈ, ਉਹਦਾ ਰੋਜ਼ ਤੁਸੀਂ ਚੇਂਜ ਕਰ ਰਹੇ ਹੋ ਕਿ ਇੰਨਾ ਰੈਗੂਲਰਾਈਜ਼ ਕਰਨਾ ਔਖਾ ਹੋ ਜਾਊਗਾ। ਹਾਂ, ਉਹ ਹੋ ਜੂਗਾ। ਤਾਂ ਇਹਨੂੰ ਅਡੈਪਟ ਕਰਨਾ ਉਸ ਸਿਨੈਰੀਓ ਦੇ ਵਿੱਚ ਬਹੁਤ ਔਖਾ ਹੈ। ਪਹਿਲਾਂ ਬਿਟਕੋਇਨ ਹੁੰਦਾ ਸੀ, ਫਿਰ ਇੱਕ ਇਥੀਰੀਅਮ ਹੈ, ਹੁਣ ਤਾਂ ਹਜ਼ਾਰਾਂ ਹੀ ਫੈਲ ਗਏ। ਮਤਲਬ ਇਦਾਂ ਦੀ ਕਰੰਸੀ ਹੋਰ ਬਹੁਤ ਹੈ। ਹਾਂ, ਕਿ ਬਹੁਤ ਸਾਰੇ ਇਹਨਾਂ ਨੇ ਸੈਕਸ਼ਨਸ ਬਣਾਤੇ, ਜਿੰਨੇ ਪੋਪੂਲਰ ਨੇ। ਕੋਈ ਮੀਮ ਕੋਇਨਸ ਆ ਗਏ ਜਿਹੜੇ ਮਤਲਬ ਕਿਸੇ ਇੱਕ ਸਟੋਰੀ ਤੇ ਬੇਸਡ ਹੈ ਕੁਛ ਹੈ, ਤਾਂ ਇਹਨਾਂ ਦੇ ਪਿੱਛੇ ਇੱਕ ਬੈਕਿੰਗ ਹੁੰਦੀ ਹੈ ਕਿ ਕਿਵੇਂ ਚੱਲੂਗਾ, ਕਿਵੇਂ ਹੋਏਗਾ। ਤਾਂ ਇਸ ਸਾਰੇ ਸਿਸਟਮ ਨੂੰ ਸਮਝਣ ਦੇ ਵਿੱਚ ਤੁਹਾਨੂੰ ਇਹ ਦੇਖਣਾ ਪਏਗਾ ਕਿ ਇਹ ਇੱਕ
ਜਿਹੜਾ ਅਸੀਂ ਰੁਪਈਆ ਦੇ ਰਹੇ ਹਾਂ ਜਾਂ ਕੁਝ ਦੇ ਰਹੇ ਹਾਂ, ਉਹਦੀ ਇੱਕ ਦੂਸਰੀ ਨਾਲ ਦੀ ਪਟਰੀ ਬਣਾਈ ਗਈ ਸੀ। ਪਰ ਕਿਉਂਕਿ ਇਹਦੀ ਅਡੈਪਟੇਬਿਲਿਟੀ ਜਾਂ ਕਿਉਂ ਇਹਨਾਂ ਨੂੰ ਲੋਕਾਂ ਨੇ ਇੰਨਾ ਪ੍ਰਚਲਿਤ ਕੀਤਾ, ਕਿਉਂਕਿ ਸਰਕਾਰ ਤੋਂ ਕੌਣ ਦੁਖੀ ਨਹੀਂ, ਠੀਕ ਹੈ ਨਾ। ਸਹੀ ਗੱਲ। ਸਾਡੇ ਵਾਲੇ ਤਾਂ ਚਲੋ ਘੱਟ ਨੇ, ਪਰ ਬਾਹਰ ਕੰਟਰੀਜ਼ ਦੇ ਵਿੱਚ ਬਹੁਤ ਜ਼ਿਆਦਾ ਸਟਰੋਂਗ ਓਪੀਨੀਅਨਸ ਆ ਜਾਂਦੀਆਂ ਨੇ, ਤਾਂ ਉਹਨਾਂ ਨੇ ਇਹਨੂੰ ਉਹਨਾਂ ਜਲਦੀ ਅਡੈਪਟ ਕੀਤਾ। ਸਾਨੂੰ ਤਾਂ ਬਹੁਤ ਲੇਟ ਪਤਾ ਲੱਗਿਆ ਬਿਟਕੋਇਨ ਜਾਂ ਕ੍ਰਿਪਟੋ ਕਰੰਸੀ ਵਾਲੇ ਬਾਰੇ ਤਾਂ 2009 2010 ਸਾਨੂੰ ਤਾਂ ਆਈ ਥਿੰਕ 16 17 ਤੋਂ ਬਾਅਦ ਪਤਾ ਲੱਗਿਆ। ਬਿਲਕੁਲ। ਤਦੋਂ ਤੱਕ ਤਾਂ ਅੱਧਾ ਮੇਲਾ ਕਈ ਲੋਕਾਂ ਨੂੰ ਤਾਂ ਹੁਣ ਵੀ ਮਤਲਬ ਸਿਰਫ ਸੁਣਨ ਨੂੰ ਲੱਗਦਾ, ਸੁਣਿਆ ਹੀ ਆ ਬਿਟਕੋਇਨ। ਆਈ ਹੈਵ ਸੀਨ ਬਹੁਤ ਲੋਕੀ ਮੇਰੇ ਆਸ-ਪਾਸ ਸਾਰੇ ਕ੍ਰਿਪਟੋ ਜਿਹੀ ਕ੍ਰਿਪਟੋ ਕਿਸੇ ਨੂੰ ਤਾਂ ਸਾਰੇ ਨਹੀਂ ਪਤਾ ਕਿ ਕੀ ਹੈ ਕੀ। ਉਹ ਇਨਵੈਸਟਮੈਂਟ ਲਈ ਬਣੀ ਨਹੀਂ ਸੀਗੀ, ਉਹ ਤਾਂ ਹੁਣ ਬਣਾ ਤਾਂ ਗਿਆ, ਲੋਕੀ ਉਹਨੂੰ ਇਨਵੈਸਟਮੈਂਟ ਵੱਲੋਂ ਦੇਖ ਰਹੇ ਨੇ। ਉਹ ਬਣਿਆ ਹੀ ਨਹੀਂ ਸੀ ਇਨਵੈਸਟਮੈਂਟ ਲਈ, ਤਾਂ ਪੇਮੈਂਟ ਗੇਟਵੇ ਬਣਿਆ ਸੀ। ਬਿਲਕੁਲ। ਤੇ ਆਉਣ ਵਾਲੇ ਟਾਈਮ ਦੇ ਵਿੱਚ ਕ੍ਰਿਪਟੋ ਦੀ ਆਈ ਥਿੰਕ ਗਰੋਥ ਹੋਏਗੀ, ਬਟ ਜੋ ਪਹਿਲਾਂ ਗੇਨਸ ਹੁੰਦੇ ਸੀ ਉਹ ਨਹੀਂ ਹੈ। ਔਰ ਜਿੰਨੇ ਲੋਕੀ ਇਹਨੂੰ ਈਜ਼ੀਲੀ ਐਂਟਰ ਕਰ ਰਹੇ ਨੇ, ਆਈ ਥਿੰਕ ਉਹਦੇ ਵਿੱਚ ਕਾਫੀ ਸਾਰੇ ਇਸ਼ੂਜ਼ ਉਹ ਫੇਸ ਕਰਨਗੇ ਇਨ ਫਿਊਚਰ, ਕਿਉਂਕਿ ਨਾ ਤਾਂ ਇਹ ਸਟਾਕ ਮਾਰਕੀਟ ਹੈ, ਅੱਧੇ ਲੋਕੀ ਇਹਨੂੰ ਸਟਾਕ ਮਾਰਕੀਟ ਸਮਝ ਕੇ ਹੀ ਚੱਲਦੇ ਨੇ। ਤੇ ਮਜ਼ੇ ਦੀ ਗੱਲ ਤੁਸੀਂ ਇਹ ਸਮਝੋ, ਸਟਾਕ ਮਾਰਕੀਟ ਤੋਂ ਡਰਦੇ ਨੇ, ਕ੍ਰਿਪਟੋ ਤੋਂ ਨਹੀਂ ਡਰਦੇ। ਜੇ ਸਟਾਕ ਮਾਰਕੀਟ ਦੀ ਵੋਲੇਟਿਲਿਟੀ ਇੱਕ ਰੋਲਰ ਕੋਸਟਰ ਹੈ, ਤਾਂ ਇਹਦਾ ਤਾਂ ਪਤਾ ਨਹੀਂ ਕਿਆ ਹੈ। ਤੁਸੀਂ ਇਹ ਤਾਂ ਬਹੁਤ ਐਕਸਟ੍ਰੀਮ ਆਪਾਂ ਕਹਿ ਦਈਏ ਕਿ ਇਹਦੇ ਵਿੱਚ ਰਿਸਕ ਕਿੰਨਾ ਵੱਡਾ ਹੈ। ਦਿਨ 'ਚ ਹਜ਼ਾਰਾਂ ਡਾਲਰ ਟੁੱਟਦਾ ਹੈ। ਮਤਲਬ ਜਿਵੇਂ ਤੁਸੀਂ ਲਾਓ ਡੋਜ ਕੋਇਨ ਇੱਕ ਜਿਹੜਾ ਹੈਗਾ, ਉਹ ਇੱਕਦਮ 70 ਰੁਪਏ ਗਿਆ, 3 ਰੁਪਏ ਆ ਗਿਆ, ਫਿਰ 10 15 ਰੁਪਏ ਤੇ ਮਤਲਬ ਐਵੇਂ। ਤੇ ਕਿੱਥੇ 70 ਕਿੱਥੇ 3 ਔਰ ਵਾਪਸ ਉੱਥੇ ਜਾ ਵੀ ਨਹੀਂ ਰਿਹਾ। ਇਹ ਨਹੀਂ ਹੈਗਾ, ਕਿਉਂਕਿ ਇਹਦੇ ਪਿੱਛੇ ਕੋਈ ਬੈਕਿੰਗ ਨਹੀਂ ਹੈ ਜਾਂ ਕੋਈ ਰੀਜ਼ਨਿੰਗ ਨਹੀਂ ਹੈ। ਜੇ ਤੁਸੀਂ ਆਪਾਂ ਜਿਹਨੂੰ ਸਟਾਕ ਮਾਰਕੀਟ ਦੇ ਕ੍ਰਿਪਟੋ ਨੂੰ ਆਪਸ 'ਚ ਕੰਪੇਅਰ ਕਰੀਏ, ਤਾਂ ਸਟਾਕ ਮਾਰਕੀਟ ਦੇ ਵਿੱਚ ਜੇ ਤੁਸੀਂ ਰਿਲਾਇੰਸ ਦਾ ਸ਼ੇਅਰ ਖਰੀਦੋ, ਇੱਕ ਕੰਪਨੀ ਹੈ, ਉਹਦਾ ਕੰਮ ਹੈ, ਉਹਦਾ ਕੁਛ ਹੈਗਾ। ਬਿਟਕੋਇਨ ਕੀ ਹੈ? ਕੁਛ ਨਹੀਂ ਹੈ, ਇੱਕ ਆਈਡੀਆ ਹੈ, ਇੱਕ ਪ੍ਰੋਸੈਸ ਹੈ ਕਿ ਕਿਵੇਂ ਹੋ ਰਿਹਾ, ਕਿ ਤੈਨੂੰ ਕੀ ਦੇਖ ਕੇ ਤੋਲੋਗੇ ਕਿ ਇਹ ਹੈ ਕਿ ਨਹੀਂ ਹੈ। ਤੇ ਫਿਰ ਇਹਦੀ ਮਤਲਬ ਇਹ ਕਿੱਥੋਂ ਸਾਰਾ ਮਤਲਬ ਚੱਲਦਾ ਹੈ, ਮਤਲਬ ਇਹ ਹਿਸਾਬ ਨਾਲ ਜਿੱਦਾਂ ਤੁਸੀਂ ਕਿਹਾ ਕਈ ਕੰਟਰੀ ਨੈਟਵਰਕ ਹੈ, ਆਨਲਾਈਨ ਨੈਟਵਰਕ ਆਨਲਾਈਨ ਹੈ, ਹਰ ਕੰਟਰੀ 'ਚ ਹੀ ਇਹ ਸਾਰਾ ਇਹਦਾ। ਕੋਵਿਡ ਤੋਂ ਵਿੱਚ ਤੁਸੀਂ ਦੇਖੋਗੇ ਤਾਂ ਗ੍ਰਾਫਿਕ ਕਾਰਡ ਬਹੁਤ ਮਹਿੰਗੇ ਹੋ ਗਏ ਸੀ ਕੰਪਿਊਟਰਾਂ ਦੇ, ਸ਼ਾਇਦ ਲੋਕਾਂ ਨੂੰ ਨਾ ਪਤਾ ਹੋਵੇ। ਗ੍ਰਾਫਿਕ ਕਾਰਡ ਮੈਨੂੰ ਯਾਦ ਹੈ, ਅੱਜ ਉਹ ਗ੍ਰਾਫਿਕ ਕਾਰਡ 12-13 ਹਜ਼ਾਰ ਰੁਪਏ ਦਾ, ਮੈਂ 35 ਹਜ਼ਾਰ ਰੁਪਏ ਤੱਕ ਦਾ ਉਹ ਗ੍ਰਾਫਿਕ ਕਾਰਡ ਦੀ ਪ੍ਰਾਈਸ ਜਾਂਦੇ ਦੇਖੇ, ਕਿਉਂਕਿ ਲੋਕਾਂ ਨੂੰ ਮਿਲ ਨਹੀਂ ਰਹੀ। ਕਿਉਂਕਿ ਮਾਈਨਿੰਗ 'ਚ ਕੰਮ ਆਉਂਦੇ ਸੀਗੇ। ਕ੍ਰਿਪਟੋ ਦਾ ਇੱਕ ਦੂਸਰਾ ਸੀਗਾ ਮਾਈਨਿੰਗ। ਅੱਛਾ ਜੀ। ਮਾਈਨਿੰਗ ਕੀ ਕਰਦੀ ਸੀਗੀ ਕਿ ਤੁਹਾਡੇ ਕੋਲ ਕੰਪਿਊਟਰ ਹੈ, ਤੁਸੀਂ ਉਹਦੇ ਤੇ ਇੱਕ ਸੌਫਟਵੇਅਰ ਡਾਊਨਲੋਡ ਕਰਕੇ ਬਿਟਕੋਇਨ ਦੀ ਟ੍ਰਾਂਜੈਕਸ਼ਨ ਜਿਹੜੀ ਹੋ ਰਹੀ ਹੈ ਉਹਦਾ ਇੱਕ ਪਾਰਟ ਬਣ ਸਕਦੇ ਸੀਗੇ। ਅੱਛਾ ਜੀ। ਤੇ ਉਹਦੇ ਵਿੱਚ ਤੁਹਾਨੂੰ ਇੱਕ ਪਾਰਟ ਆਫ ਕੋਇਨ ਮਿਲ ਜਾਂਦਾ ਹੁੰਦਾ ਸੀ। ਅੱਛਾ, ਜਿੰਨਾ ਟਾਈਮ ਤੁਸੀਂ ਉਹਨੂੰ ਦੇਖੋ। ਹਾਂ, ਤੁਸੀਂ ਕੁਛ ਨਹੀਂ ਕਰਨਾ, ਤੁਸੀਂ ਸਿਰਫ ਪੀਸੀ ਔਨ ਕਰਨਾ, ਸਕਰੀਨ ਔਨ ਕਰ ਲੈਣੀ। ਹਾਂ, ਤੁਸੀਂ ਆਪਣਾ ਪੀਸੀ ਔਨ ਕਰਤਾ, ਸੌਫਟਵੇਅਰ ਤੇ ਗਏ, ਉੱਥੇ ਬਿਟਕੋਇਨ ਮਾਈਨਿੰਗ ਜਾਂ ਕ੍ਰਿਪਟੋ ਮਾਈਨਿੰਗ ਕਹਿੰਦੇ ਸੀ। ਤਾਂ ਤੁਸੀਂ ਕੁਛ ਨਹੀਂ ਕਰਨਾ, ਤੁਸੀਂ ਟਾਈਮ ਦੇਣਾ, ਤੁਹਾਨੂੰ ਪੈਸੇ ਬਣ ਰਹੇ ਨੇ। ਪਹਿਲਾਂ ਵੈਲਿਊਜ਼ ਹੁੰਦੀਆਂ ਸੀ ਕਹਿੰਦਾ ਵਧੀਆ, ਮਤਲਬ ਇੱਕ ਬਿਟਕੋਇਨ 2 ਬਿਟਕੋਇਨ ਵੀ ਮਾਈਨ ਹੋ ਜਾਂਦੇ ਸੀਗੇ। ਹੁਣ ਵੈਲਿਊ ਘੱਟ ਗਈ, ਤਾਂ ਹੁਣ ਬਿਜਲੀ ਦਾ ਬਿੱਲ ਵੀ ਕਵਰ ਨਹੀਂ ਹੋ ਪਾਉਂਦਾ। ਪਰ ਬਹੁਤ ਸਾਰੇ ਲੋਕਾਂ ਨੇ ਮਾਈਨਿੰਗ ਕਰਕੇ ਬਹੁਤ ਸਾਰਾ ਪੈਸਾ ਕਮਾਇਆ। ਤਾਂ ਇਸ ਕਰਕੇ ਇਹਨੂੰ ਅਡੈਪਟ ਵੀ ਕਰਨਾ ਸੌਖਾ ਸੀਗਾ। ਹੁਣ ਮੈਂ ਤੁਹਾਨੂੰ ਕੱਲ੍ਹ ਨੂੰ ਕਹਾਂ ਪੀਸੀ ਔਨ ਕਰ ਲਓ, ਤੁਹਾਨੂੰ MRF ਦੇ ਸ਼ੇਅਰ ਮਿਲਦੇ ਰਹਿਣਗੇ ਰੋਜ਼ ਹੀ, ਜਿਹੜਾ ਅੱਜ 1.5-2 ਲੱਖ ਰੁਪਏ ਦਾ, ਕਿ ਰੋਜ਼ ਹੀ ਮਿਲਦੇ ਰਹਿਣਗੇ। ਤੁਸੀਂ ਕੁਛ ਨਹੀਂ ਕਰਨਾ, ਪੀਸੀ ਔਨ ਕਰਨਾ, ਕੋਈ ਵੀ ਕਰ ਲੈਣਾ। ਤਾਂ ਲੋਕਾਂ ਨੇ ਬਹੁਤ ਵੱਡੇ ਸੈਟਅਪਸ ਬਣਾ ਲਏ, 20 ਗ੍ਰਾਫਿਕ ਕਾਰਡ ਇਕੱਠੇ ਲਗਾ ਕੇ, ਕਿਉਂਕਿ ਗ੍ਰਾਫਿਕ ਪ੍ਰੋਸੈਸਿੰਗ ਤੇ ਚੱਲਦਾ ਸੀਗਾ। ਗ੍ਰਾਫਿਕ ਕਾਰਡ ਇਕੱਠੇ ਲਾ ਕੇ ਪੀਸੀ ਸੈੱਟ ਕਰ ਲਏ ਕਿ ਜਿੰਨੀ ਐਫੀਸ਼ੀਐਂਸੀ ਨਾਲ ਅਸੀਂ ਸੋਲਵ ਕਰਾਂਗੇ, ਉਨੇ ਜ਼ਿਆਦਾ ਕ੍ਰਿਪਟੋ ਮਾਈਨ ਹੋਊਗਾ, ਤਾਂ ਉਹਨੇ ਪੈਸੇ ਮਿਲਣੇ। ਐਂਟਰੀ ਬੈਰੀਅਰ ਜਿਹੜੀ ਚੀਜ਼ ਦਾ ਸੌਖਾ ਹੋਏਗਾ, ਉੱਥੇ ਉਹਦੀ ਪ੍ਰਚਲਿਤਤਾ ਜਾਂ ਉਹਦੇ ਵਿੱਚ ਉਹਦਾ ਸਕਸੈਸ ਕਦੋਂ ਆਇਆ? ਜਦੋਂ ਲੋਕਾਂ ਨੇ ਦੇਖਿਆ ਬਿਟਕੋਇਨ ਹੋ ਗਿਆ $60,000। ਉਹ ਦੇਖੋ ਜੀ, ਕਦੀ 4 ਰੁਪਏ ਦਾ ਹੁੰਦਾ ਸੀ। ਅਸੀਂ ਉਹ ਬਸ ਉਹੀ ਦੇਖਦੇ ਸਕਸੈਸ, ਬਾਅਦ 'ਚ ਹੀ ਦੇਖਦੇ ਕਿ ਹੁਣ ਇਦੋਂ ਜ਼ਿਆਦਾ ਤਾਂ ਕਿੰਨਾ ਕੁ ਜਾ ਸਕਦਾ। ਉਹ ਟਾਈਮ ਸੀ, ਜਾ ਵੀ ਸਕਦਾ, ਬਟ ਅੱਜ ਜਦੋਂ ਐਂਟਰ ਕਰ ਰਹੇ ਹੋ, ਤੁਹਾਡੇ ਤੋਂ ਅੱਗੇ ਦੀ ਗਰੋਥ ਕਿੰਨੀ ਕੁ ਹੈ, ਉਹ ਕਿੱਥੇ ਤੱਕ ਪਹੁੰਚ ਜੂਗੀ। ਹੁਣ $1 ਲੱਖ ਜਦੋਂ ਟੱਪਿਆ, ਤਾਂ ਲੋਕਾਂ ਨੇ ਕਿਹਾ ਬਸ ਹੁਣ ਤਾਂ ਇਹ ਜਾਊਗਾ। ਉਹ $1 ਲੱਖ ਮੇਰੇ ਹਿਸਾਬ ਨਾਲ 3-4 ਮਹੀਨੇ ਹੋ ਗਏ ਉੱਥੇ ਹੀ ਫਿਰ ਰਿਹਾ। $1 ਲੱਖ 1 6 1 7 1 0, ਫਿਰ 100 ਆ ਜਾਂਦਾ, ਫਿਰ ਉੱਪਰ ਜਾਂਦਾ, 100 ਆ ਜਾਂਦਾ, ਫਿਰ ਉੱਪਰ। ਤਾਂ ਇਹਦੇ ਨਾਲ ਕੀ ਹੈ ਕਿ ਲੋਕਾਂ ਨੇ ਮਾਈਨਿੰਗ ਕਰਕੇ ਜਿਨ੍ਹਾਂ ਨੇ ਕਮਾਇਆ ਹੈ, ਜੋ ਅਰਲੀ ਅਡੋਪਟਰ ਸੀਗੇ, ਉਹਨਾਂ ਨੇ ਦੇਖੀ ਹੈ ਅਰਬਾਂ ਕਰੋੜਾਂਪਤੀ ਬੰਦੇ ਹੋਏ। ਫਿਰ ਜਿਹੜੇ ਵਿੱਚ ਅਰਲੀ ਅਡੋਪਟਰ ਸੀ, ਇੰਡੀਆ ਦੇ ਵਿੱਚ ਜਿਹੜੇ ਅਰਲੀ ਅਡੋਪਟਰ ਸੀਗੇ, ਜਿਨ੍ਹਾਂ ਨੇ ਲੱਖ ਰੁਪਏ ਤੇ ਖਰੀਦ ਲਿਆ, ਜਾਂ ਉਹ
ਉਹ ਕਰ ਲਿਆ। ਹੁਣ 60-70 ਲੱਖ ਰੁਪਏ ਦਾ ਕੋਇਨ ਖਰੀਦਣ ਦਾ ਕਿੰਨੇ ਕੁ ਲੋਕ ਰੱਖਦੇ ਹੋਣਗੇ। ਅੱਛਾ, ਇੱਕ ਹੋਰ ਚੀਜ਼ ਹੈ, ਗੱਲ ਕਰਦੇ ਮੈਨੂੰ ਯਾਦ ਆਈ, ਕ੍ਰਿਪਟੋ ਦੇ ਵਿੱਚ ਤੁਹਾਡੇ ਜੇ 60 ਲੱਖ ਰੁਪਏ ਦਾ ਕੋਇਨ ਖਰੀਦਣਾ, 60 ਲੱਖ ਨਾ ਹੁਣ 60 ਰੁਪਏ 'ਚ ਵੀ ਵੜ ਸਕਦੇ ਹੋ। 0.0000001 ਉਹ ਮਿਲ ਜਾਂਦਾ, ਤਾਂ ਤੁਹਾਨੂੰ ਪੂਰਾ ਕੋਇਨ ਖਰੀਦਣ ਦੀ ਲੋੜ ਨਹੀਂ, ਪਾਰਟ ਮਿਲ ਜਾਂਦਾ। ਹੁਣ ਲੋਕਾਂ ਨੂੰ ਐਂ ਲੱਗਦਾ ਕਿ ਮੈਂ ਪਾਰਟ ਬਿਟਕੋਇਨ ਲੈ ਲਿਆ ਤਾਂ ਉਹ ਉਵੇਂ ਜੇ 60 ਲੱਖ ਦਾ ਤੁਸੀਂ 60 ਰੁਪਏ ਦਾ ਖਰੀਦਿਆ ਤਾਂ ਉਹ ਜਦੋਂ 1 ਕਰੋੜ ਲੱਗੂਗਾ ਤਾਂ ਤੁਹਾਡਾ 100 ਰੁਪਏ ਲੱਗਣਾ, ਤੁਹਾਨੂੰ ਕਰੋੜ ਥੋੜ੍ਹਾ। ਤੁਹਾਨੂੰ ਕਰੋੜ ਨਹੀਂ ਮਿਲਣਾ, ਸਹੀ ਗੱਲ ਹੈ। ਤੇ ਐਂਟਰੀ ਬੈਰੀਅਰਸ ਤੇ ਉਹ ਸਾਰਾ ਕੁਝ ਉਵੇਂ ਹੀ ਹੈ। ਤੇ ਇਹਦੀ ਬਸ ਪ੍ਰਚਲਿਤਤਾ ਹੋ ਗਈ, ਮਾਡਰਨ ਹੈ, ਅਲੱਗ ਸੋਚ ਹੈ, ਤਾਂ ਉਹਦੇ ਕਰਕੇ ਇਹਦੀ ਗਰੋਥ ਉਵੇਂ ਵੱਧ ਗਈ। ਤੁਸੀਂ ਜਦੋਂ ਆਪਾਂ ਪਹਿਲਾਂ ਸ਼ੁਰੂਆਤ ਕਰਨੀ ਸੀ ਐਪੀਸੋਡ ਦੀ, ਤੁਸੀਂ ਇੱਕ ਐਗਜ਼ਾਮਪਲ ਵੀ ਉਹ ਦੇ ਰਹੇ ਸੀ ਹਾਂ ਕਿ ਉਹ ਜਿਹੜੀ ਹਾਰਡ ਡਰਾਈਵ ਹੈਗਾ, ਹਾਂ ਉਹ ਮੈਂ ਬੜਾ ਹੈਰਾਨ ਹੋਇਆ ਸੁਣ ਕੇ। ਇਹਦੇ ਵਿੱਚ ਕੀ ਹੈ ਕਿ 2 ਤਰੀਕੇ ਦੇ ਵਾਲਟ ਬਣਦੇ ਨੇ, ਇੱਕ ਹੁੰਦਾ ਕੋਲਡ ਵਾਲਟ, ਇੱਕ ਹੁੰਦਾ ਐਕਟਿਵ ਵਾਲਟ। ਜਿਹੜਾ ਹੌਟ ਵਾਲਟ, ਐਕਟਿਵ ਵਾਲਟ ਹੁੰਦਾ ਉਹ ਆਨਲਾਈਨ ਹੁੰਦਾ, ਤੁਹਾਡੇ ਕੋਲ ਆਪਣੇ ਪਾਸਵਰਡਸ ਹੁੰਦੇ ਨੇ, ਤੁਸੀਂ ਕਿਤੋਂ ਵੀ ਐਕਸੈਸ ਕਰ ਸਕਦੇ। ਕੋਲਡ ਵਾਲਟ ਹੁੰਦਾ ਕਿ ਪਾਸਵਰਡ ਨਾ ਹਾਰਡ ਡਰਾਈਵ ਤੇ ਸਟੋਰ ਹੋ ਜਾਂਦਾ। ਤਾਂ ਬਹੁਤ ਸਾਰਾ ਪਹਿਲਾਂ ਲੋਕਾਂ ਨੇ ਨਾ ਹਾਰਡ ਡਰਾਈਵ ਤੇ ਆਪਣੇ ਪਾਸਵਰਡ ਸਟੋਰ ਕਰ ਲਏ ਸੀਗੇ ਵਾਲਟ ਖੋਲ੍ਹਣ ਲਈ, ਸੇਫਟੀ ਲਈ, ਕਿ ਮੇਰੇ ਕੋਲ ਹੀ ਪਾਸਵਰਡ ਰਵੇ, ਕਿਸੇ ਕੋਲ ਰਵੇ ਨਾ। ਤੇ ਐਵੇਂ ਇੱਕ ਬੰਦਾ ਹੈਗਾ ਜੇਮਸ ਕਰਕੇ ਉਹਦਾ ਨਾਮ ਹੈ ਸ਼ਾਇਦ, ਤੇ ਉਹਦੀ ਗਰਲਫ੍ਰੈਂਡ ਨੇ ਉਹਦੀ ਇੱਕ ਹਾਰਡ ਡਰਾਈਵ ਡਸਟਬਿਨ 'ਚ ਸਿੱਟਤੀ ਸੀ। ਉਸ ਹਾਰਡ ਡਰਾਈਵ ਦੇ ਵਿੱਚ ਉਹਦੇ ਇੱਕ ਕ੍ਰਿਪਟੋ ਵਾਲਟ ਦਾ ਪਾਸਵਰਡ ਹੈ ਜਿਸ 'ਚ 8000 ਬਿਟਕੋਇਨ ਨੇ। 8000 $1.5 ਬਿਲੀਅਨ ਦੇ ਬਣਦੇ ਨੇ ਸ਼ਾਇਦ, 15,000 ਕਰੋੜ ਦੇ ਬਣਦੇ ਨੇ। ਤੇ ਉਹਨੇ ਕੀ ਕੀਤਾ, ਜਿੱਥੇ ਉਹ ਕੂੜਾ ਗਿਆ ਸੀ ਉਹਨੇ ਉਹ ਪੂਰਾ ਕੂੜੇਦਾਨ ਦਾ, ਉਹਨੇ ਪਹਿਲਾਂ ਸਰਕਾਰ ਨੂੰ ਕਿਹਾ ਕਿ ਮੈਨੂੰ ਲੱਭ ਲੈਣ ਦਿਓ, ਕਿਸੇ ਨੇ ਅਲਾਉ ਨਹੀਂ ਕੀਤਾ, ਤਾਂ ਉਹਨੇ ਪੂਰਾ ਡੰਪਿੰਗ ਗਰਾਊਂਡ ਖਰੀਦਿਆ ਤੇ ਅੱਜ ਉਹ ਹਰ ਰੋਜ਼ ਜਾਂਦਾ ਕੂੜਾ ਛਾਣ ਰਿਹਾ ਤਾਂ ਕਿ ਉਹਨੂੰ ਹਾਰਡ ਡਰਾਈਵ ਮਿਲ ਸਕੇ। ਤਾਂ ਉਹਨੂੰ ਮੇਰੇ ਹਿਸਾਬ ਨਾਲ ਸ਼ਾਇਦ 6-7 ਮਹੀਨੇ ਸਾਲ ਹੋ ਗਿਆ ਰੋਜ਼ ਕੂੜਾ ਛਾਣ। ਰੀਅਲ ਸਟੋਰੀ ਹੈ, ਰੀਅਲ ਸਟੋਰੀ ਹੈ, ਤੁਸੀਂ ਚੈੱਕ ਕਰ ਸਕਦੇ ਹੋ। ਕੂੜਾ ਛਾਣ ਰਿਹਾ ਉਹ ਜਾ ਕੇ, ਉਹਨੇ ਪੂਰਾ ਗਰਾਊਂਡ ਖਰੀਦਿਆ, ਡੰਪਿੰਗ ਗਰਾਊਂਡ ਸਰਕਾਰ ਤੋਂ ਖਰੀਦਿਆ ਕਿ ਮੈਨੂੰ ਇਹਦੇ ਵਿੱਚੋਂ ਮੈਂ ਆਪਣੀ ਹਾਰਡ ਡਰਾਈਵ ਲੱਭਣੀ ਆ, ਤਾਂ ਇਸ ਵੇਲੇ ਕੂੜਾ ਛਾਣ ਰਿਹਾ। ਇਹ ਤਾਂ ਪੂਰਾ ਫਿਲਮੀ ਸਕ੍ਰਿਪਟ ਵਾਲੀ ਗੱਲ ਹੈ ਕਿ ਸਹੀ ਗੱਲ ਹੈ। ਨਹੀਂ ਪਰ ਮੈਨੂੰ ਲੱਗਦਾ ਕਿ ਪਰ ਇਹ ਲਾਸਟ ਵਿੱਚ ਜਿਹਦਾ ਦੱਸੋ ਕਿ ਫਿਊਚਰ ਕੀ ਲੱਗਦਾ ਇੰਡੀਆ ਦੇ ਵਿੱਚ, ਇਹਦਾ ਕੀ ਲੱਗਦਾ ਹੈ ਕਿ ਬੰਦੇ ਨੂੰ ਰੈਗੂਲੇਟ ਕੀਤਾ ਜਾਊਗਾ ਜਾਂ? ਦੇਖੋ, ਰੈਗੂਲੇਟ ਵੀ ਕਰ ਲਿਆ, ਕੁਛ ਵੀ ਕਰ ਲਿਆ, ਐਜ਼ ਐਨ ਇਨਵੈਸਟਮੈਂਟ ਮੋਡ ਅਗਰ ਤੁਸੀਂ ਦੇਖੋਗੇ, ਓਵਰਲੀ ਰੈਗੂਲੇਟ ਤਾਂ ਇਹ ਹੋ ਨਹੀਂ ਸਕਦਾ, ਕਿਉਂਕਿ ਕ੍ਰਿਪਟੋ ਦਾ ਮਤਲਬ ਹੀ ਇਹੀ ਹੈ ਕਿ ਕੋਈ ਇਹਨੂੰ ਕੋਈ ਇੱਕ ਪਾਵਰ ਇਹਨੂੰ ਕੰਟਰੋਲ ਨਾ ਕਰ ਸਕੇ। ਤਾਂ ਉਹ ਵਾਲੀ ਰੈਗੂਲਰਾਈਜੇਸ਼ਨ ਤਾਂ ਆਏਗੀ ਨਹੀਂ, ਜਿੱਥੇ ਆ ਲੀਗਲ ਹਾਲੇ ਵੀ ਟੈਕਸਿਸ ਘੱਟ ਜਾਣਗੀਆਂ, ਕੁਛ ਵੀ ਕਰ ਦੇਣਗੀਆਂ, ਬਟ ਇਹਦੀ ਗਰੋਥ ਆਫ ਯੂਜ਼ਿੰਗ ਇਟ ਐਜ਼ ਅ ਪੇਮੈਂਟ ਮੋਡ ਜਾਂ ਕੁਛ ਉਹ ਸ਼ਾਇਦ ਨਾ ਹੋ ਸਕੇ। ਹਾਂ, ਮਨੀ ਟ੍ਰਾਂਸਫਰਿੰਗ ਟੂ ਸਮਬਡੀ, ਇੰਟਰਨੈਸ਼ਨਲੀ ਕਿਸੇ ਨੂੰ ਪੇਮੈਂਟ ਕਰਨਾ, ਉਹਦੇ ਵਿੱਚ ਹੋ ਸਕਦਾ, ਉਹਦੇ ਗੇਟਵੇ ਉਹਦੇ ਬਹੁਤ ਅੱਛਾ ਹੈ, ਕਿਉਂਕਿ ਜਿਵੇਂ ਆਪਣਾ ਡਾਲਰ ਤੇ ਰੁਪਈਏ ਦਾ ਚੱਲ ਰਿਹਾ, ਯੂਰੋ ਨਾਲ ਚੱਲ ਰਿਹਾ, ਤਾਂ ਜਿਹੜਾ ਬਿਟਕੋਇਨ ਹੈ ਕਿਉਂਕਿ ਉਹਦੀ ਪ੍ਰਾਈਸ ਹਰ ਜਗ੍ਹਾ ਸੇਮ ਰਹਿੰਦੀ ਹੈ, ਤਾਂ ਇਟ ਇਜ਼ ਐਨ ਈਜ਼ੀਅਰ ਮੈਥਡ ਆਫ ਓਵਰਸੀਜ਼ ਜਾਂ ਇੰਟਰਨੈਸ਼ਨਲ ਪੇਮੈਂਟਸ ਕਰਨ ਲਈ। ਸ਼ਾਇਦ ਉੱਥੇ ਇੱਕ ਐਡੂਕੇਟ ਯੂਜ਼ ਕੇਸ ਹੈਗਾ ਇਹਦਾ ਕਿ ਉੱਥੇ ਹੀ ਯੂਜ਼ ਹੋ ਸਕੇ। ਜਿਹੜੇ ਲੋਕੀ ਇੰਟਰਨੈਸ਼ਨਲ ਕੰਮ ਕਰਦੇ ਨੇ, ਜਾਂ ਜਿਵੇਂ ਹੁਣ ਮੇਰਾ ਇੱਕ ਦੋਸਤ ਜਿਹੜਾ ਜਾ ਰਿਹਾ ਸੀਗਾ ਬਾਹਰ ਤੇ ਉਹਨੂੰ ਕੈਸ਼ ਨਹੀਂ ਲਿਆ, ਇੰਨੇ ਬੈਂਕ ਅਕਾਊਂਟ 'ਚ ਪੈਸੇ ਨਹੀਂ ਲੈ ਕੇ ਜਾ ਸਕਦੇ ਹੁੰਦੇ ਕਿਉਂਕਿ ਉੱਥੋਂ ਕਢਾਉਣੇ ਔਖੇ ਨੇ, ਉਹਨੇ ਫਿਰ ਬਿਟਕੋਇਨ 'ਚ ਲੈ ਕੇ ਗਿਆ ਉੱਥੇ। ਅੱਛਾ ਇੱਦਾਂ ਵੀ ਲੈ ਕੇ ਜਾ ਸਕਦੇ ਕਿਉਂਕਿ ਵਾਲਟ ਦੁਨੀਆ 'ਚ ਚੱਲਦਾ। ਇੱਕ ਜਾਂਦੇ ਮੈਨੂੰ ਦੱਸੋ ਕਿ ਮਾਈਨਿੰਗ ਦੀ ਗੱਲ, ਮੇਰੇ ਦਿਮਾਗ ਜਦੋਂ ਤੁਸੀਂ ਕਿਹਾ ਨਾ ਮਾਈਨਿੰਗ ਦੀ ਦਿਮਾਗ ਚੱਲ ਰਹੀ ਸੀ, ਤਾਂ ਉਹ ਫਿਰ ਮਾਈਨਿੰਗ ਬੇਸਿਕਲੀ ਕਿਵੇਂ ਹੁੰਦੀ ਹੈ? ਜਿੱਦਾਂ ਸਕਰੀਨ ਕਰਕੇ ਇੱਕ ਸੌਫਟਵੇਅਰ ਇਗਨਾਈਟ ਹੈਸ਼ ਕਰਕੇ, ਜਾਂ ਪਹਿਲਾਂ ਜਿਵੇਂ ਸੌਫਟਵੇਅਰ ਆਉਂਦੇ ਨੇ ਉਹਨਾਂ ਨੂੰ ਖੋਲ ਲਓ। ਹੁਣ ਜਦੋਂ ਇੱਕ ਟ੍ਰਾਂਜੈਕਸ਼ਨ ਹੁੰਦੀ ਹੈ, ਦੱਸਿਆ ਨਾ ਤੁਹਾਨੂੰ, ਉਹ ਬਲੌਕਚੇਨ ਦੇ ਥਰੂ ਇੱਕ ਪੂਰਾ ਸਰਵਰ ਦੇ ਥਰੂ ਜਾਊਗੀ, ਤੁਸੀਂ ਉਸ ਸਰਵਰ ਦਾ ਇੱਕ ਪਾਰਟ ਬਣ ਜਾਂਦੇ ਹੋ, ਕਿਉਂਕਿ ਇਹ ਬਹੁਤ ਕੰਪਲੈਕਸ ਕੈਲਕੂਲੇਸ਼ਨ ਹੁੰਦੀ ਹੈ, ਤੁਹਾਨੂੰ ਬਹੁਤ ਸਾਰੀ ਪਾਵਰ ਚਾਹੀਦੀ ਹੈ, ਬਹੁਤ ਸਾਰਾ ਤਾਂ ਤੁਸੀਂ ਉਹਦਾ ਇੱਕ ਹਿੱਸਾ ਬਣ ਜਾਂਦੇ ਹੋ। ਮਤਲਬ ਉਹ ਉਹਨਾਂ ਨੂੰ ਈਜ਼ੀ ਹੋ ਜਾਂਦਾ ਹੈ। ਹਾਂ, ਤਾਂ ਉਸ ਟ੍ਰਾਂਜੈਕਸ਼ਨ ਨੂੰ ਕਰਨ ਦੇ ਵਿੱਚ ਤੁਸੀਂ ਹੈਲਪ ਕਰ ਰਹੇ ਹੁੰਦੇ ਹੋ। ਅੱਛਾ, ਉਹ ਤੁਹਾਨੂੰ ਉਹਦਾ ਕੁਝ ਤੁਹਾਨੂੰ ਕਮਿਸ਼ਨ ਮਿਲ ਜਾਂਦੀ ਹੈ। ਪਹਿਲਾਂ ਵੱਡੀ ਮਿਲਦੀ ਹੁੰਦੀ ਸੀ, ਹੁਣ ਤਾਂ 0.001 YouTube ਤੇ ਕੁਝ ਚੈਨਲਸ ਨੇ ਜਿਹੜੇ US ਦੇ ਵਿੱਚ ਮਾਈਨਿੰਗ ਕਰਕੇ ਦਿਖਾ ਰਹੇ ਨੇ ਕਿ ਸਾਨੂੰ ਦੇਖੋ ਕਿੰਨਾ ਬਣਦਾ, ਕਿ ਮੇਰੀ ਬਿਜਲੀ ਦਾ ਬਿੱਲ ਇੰਨਾ ਆਇਆ, ਮੈਂ ਇੰਨੇ ਕਮਾਏ। ਬਿਜਲੀ ਦਾ ਉਹ ਵੀ ਲੱਗੂਗਾ, ਬਹੁਤ ਜ਼ਿਆਦਾ ਬਿਜਲੀ ਦਾ ਬਿੱਲ ਆ ਜਾਂਦਾ। ਅੱਛਾ ਜੀ। ਹਾਂ, ਕਿਉਂਕਿ ਇੱਕ ਛੋਟੇ ਜਿਹੇ CPU ਨੇ ਕਾਫੀ ਵੱਡਾ ਸਿਸਟਮ ਲੱਗਦਾ ਹੈ। ਜੇ ਤੁਸੀਂ ਵਧੀਆ ਕਮਾਈ ਕਰਨੀ ਹੈ ਤਾਂ ਜਿੰਨਾ ਵੱਡਾ ਸਿਸਟਮ ਹੋਊਗਾ ਉਨੀ ਜ਼ਿਆਦਾ ਬਿਜਲੀ ਖਾਏਗਾ, ਉਨੀ ਜ਼ਿਆਦਾ ਹੀਟ ਖਾਏਗਾ, ਉਨੀ ਜ਼ਿਆਦਾ ਰੈਗੂਲੇਟਰ। ਆਈ ਥਿੰਕ ਕ੍ਰਿਪਟੋ ਮਤਲਬ ਫਾਰਮਸ ਕਹਿੰਦੇ ਨੇ ਜਿੱਥੇ ਮਾਈਨਿੰਗ ਹੁੰਦੀ ਹੈ, ਵੱਡੇ ਸਿਸਟਮ ਇੰਡੀਆ 'ਚ ਵੀ ਹੈਗੇ ਨੇ। ਕਈਆਂ ਲੋਕਾਂ ਨੇ ਮਤਲਬ ਪੂਰੇ ਕਮਰੇ ਜਿੰਨਾ ਆਪਣਾ PC ਬਣਾ ਰੱਖਿਆ, ਜਿਹਦੇ ਨਾਲ ਉਹ ਮਾਈਨ ਕਰ ਰਹੇ ਨੇ। ਓਕੇ। ਤਾਂ ਹੁਣ ਐਵੇਂ ਹੈ ਕਿ ਹਾਂ,
ਇਨ ਲੌਂਗ ਰਨ ਥੋੜਾ ਮਾਈਨ ਕਰਕੇ ਇੱਕ ਵੱਡੀ ਅਮਾਉਂਟ ਬਣ ਸਕਦੀ ਹੈ। ਅਰਲੀਅਰ ਇਟ ਵਾਸ ਵੈਰੀ ਈਜ਼ੀ, ਪਰ ਤੁਸੀਂ ਇਹ ਹੈ ਕਿ ਬਿਨਾਂ ਪੈਸਾ ਲਗਾਏ, ਜੇ ਤੁਹਾਡੇ ਕੋਲ ਇੱਕ ਪੀਸੀ ਹੈ ਤਾਂ ਤੁਸੀਂ ਕ੍ਰਿਪਟੋ ਐਦਾਂ ਵੀ ਕਮਾ ਸਕਦੇ ਹੋ। ਓਕੇ, ਇਹ ਚੀਜ਼ ਹੈ ਬੇਸਿਕਲੀ ਨਾ, ਮਤਲਬ ਐਂਟਰੀ ਬੈਰੀਅਰ ਸੌਖਾ, ਸੌਖਾ। ਬਿਨਾਂ ਕੁਝ ਕਰੇ ਕਮਾਈ, ਤਾਂ ਉਹਦੇ ਕਰਕੇ ਇਹਦਾ ਇੱਕ ਹਊਆ ਬਣ ਗਿਆ, ਜਾਂ ਉਹਦੀ ਨਾਮ ਬਹੁਤ ਹੋ ਗਿਆ, ਬਟ ਉਹਦਾ ਅੰਦਰ ਕਿਸੇ ਨੇ ਨਹੀਂ ਸਮਝਣ ਦੀ ਕੋਸ਼ਿਸ਼। ਮੈਨੂੰ ਲੱਗਦਾ ਕਿ ਇਸ ਵੀਡੀਓ ਤੇ ਵੀ ਇੱਕ ਓਵਰਵਿਊ ਤਾਂ ਮਿਲਿਆ ਇਹ ਚੀਜ਼ ਦਾ ਕਿ ਇਦਾਂ ਹੁੰਦਾ ਆ, ਇਹ ਚੀਜ਼ ਇਦਾਂ ਹੈ, ਲੇਕਿਨ ਇਹ ਵੀ ਨਹੀਂ ਕਿ ਸਾਰਾ ਕੁਝ ਹੀ ਹੈ। ਜੋ ਸਟਾਕ ਦੀ ਗੱਲ ਹੈ, ਸਟਾਕ ਕਿੰਨਾ ਫਿਰ ਵੀ ਮਤਲਬ ਇੱਕ ਸਟਰਕਚਰ ਹੈ ਉਹਦਾ ਨਾ, ਕਿਸ ਤਰੀਕੇ ਨਾਲ ਉਹ ਕੰਮ ਹੋ ਰਿਹਾ, ਉਹਦੇ ਪਰ ਵਿੱਚ ਇਹਦੇ ਕੁਝ ਹੈ, ਉਹਦੇ ਆਨਲਾਈਨ ਹੈ, ਉਹਦੀ ਕੰਪਨੀਜ਼ ਦਾ ਪੋਰਟਫੋਲੀਓ ਦੀ ਜਿੱਦਾਂ ਪਿਛਲੀ ਵੀਡੀਓਜ਼ ਗੱਲ ਕੀਤੀ, ਇਹਦਾ ਤਾਂ ਕੁਝ ਹੈ ਹੀ ਨਹੀਂ, ਫਿਰ ਕੁਝ ਹੈ ਹੀ ਨਹੀਂ। ਇਹ ਤਾਂ ਫਿਰ ਮਤਲਬ ਜਿੱਦਾਂ ਕਹਿੰਦੇ ਨੇ ਕਿਸਮਤ ਵਾਲੀ ਗੱਲ ਹੈ ਇਹ, ਕਹਿੰਦੇ ਉਹਦੀ ਕਹਿ ਸਕਦੇ ਹੋ, ਹਾਂ ਮਤਲਬ ਤਾਂ ਹੀ ਉਹ ਇਹ ਹਾਈ ਰਿਸਕ ਹਾਈ ਰਿਟਰਨ, ਹਾਈ ਰਿਟਰਨ ਹੋ ਜੂਏ ਵਾਂਗੂ ਵੀ ਸਮਝ ਸਕਦੇ ਹੋ, ਗੈਂਬਲ ਵਾਂਗੂ ਵੀ ਸਮਝ ਸਕਦੇ ਹੋ, ਬਟ ਜੇ ਕੋਈ ਸਮਝ ਕੇ ਕਰੂਗਾ ਤਾਂ ਹੁਣ ਬਹੁਤ ਸਾਰੇ ਪਲੇਟਫਾਰਮ ਜਿੱਥੇ ਤੁਸੀਂ ਇਹਨੂੰ ਸਟਾਕ ਵਾਂਗੂ ਟ੍ਰੇਡ ਕਰ ਸਕਦੇ ਹੋ, ਆਪਸ਼ਨ ਵੀ ਹਨ। ਇਹ ਹੈ ਫਿਰ ਕਿਹਨਾਂ ਲਈ? ਇੱਕ ਹੋਰ ਇਹ ਉਹਨਾਂ ਲਈ ਹੈ ਜੋ ਫਾਈਨੈਂਸ ਜਾਂ ਇਸ ਦੇ ਵਿੱਚ ਇੱਕ ਲਾਈਫ ਬਣਾਉਣਾ ਚਾਹੁੰਦੇ ਨੇ, ਤੇ ਸਵੇਰੇ 9 ਤੋਂ 3 ਵਜੇ ਤੱਕ, ਮਤਲਬ ਉਹਨਾਂ ਕੋਲ ਫਿਕਸਡ ਟਾਈਮ ਨਹੀਂ ਹੈ ਮਾਰਕੀਟ ਨੂੰ ਦੇਣਾ, ਕਿਉਂਕਿ ਇਹ 24 ਘੰਟੇ ਚੱਲਦੀ ਹੈ, ਤਾਂ ਉਹ ਟ੍ਰੇਡਿੰਗ ਕਰਨਾ ਚਾਹੁੰਦੇ ਨੇ, ਪਰ ਉਹਨਾਂ ਕੋਲ ਉਸ ਸੈਟ ਟਾਈਮ ਨਹੀਂ ਹੁੰਦਾ, ਤਾਂ ਉਹ ਜਦੋਂ ਫ੍ਰੀ ਹੁੰਦੇ ਉਦੋਂ ਕਰਨਾ ਚਾਹੁੰਦੇ ਨੇ, ਤਾਂ ਉਹਨਾਂ ਲਈ ਇੱਕ ਅੱਛਾ ਏਰੀਆ ਬਣ ਜਾਂਦਾ ਕਿ ਰਾਤ ਨੂੰ 10 ਵਜੇ ਵਿਹਲੇ ਹੋਏ ਤਾਂ ਹੁਣ 10 ਵਜੇ ਬੈਠ ਕੇ ਦੇਖ ਲਿਆ, ਜਾਂ ਕਿਸੇ ਨੇ ਮਤਲਬ ਕਿਸੇ ਨੂੰ ਸਵੇਰੇ ਟਾਈਮ ਮਿਲਦਾ ਤਾਂ ਉਦੋਂ ਦੇਖ ਲਿਆ। ਤਾਂ ਕ੍ਰਿਪਟੋ ਕਿਉਂਕਿ 24 ਘੰਟੇ ਚੱਲਦੀ ਰਹਿੰਦੀ ਹੈ, ਕ੍ਰਿਪਟੋ ਨਹੀਂ ਬੰਦ ਹੁੰਦੀ। ਤੇ ਇਹਦੇ ਵਜ਼ਨ ਘਟਣ ਦਾ ਕੀ ਉਹ ਇਹ ਸਪਲਾਈ ਐਂਡ ਡਿਮਾਂਡ ਹੈ। ਓਕੇ, ਡਰ ਹੈ ਲੋਕਾਂ ਦਾ ਕਿ ਚਾਈਨਾ ਕਹਿੰਦੀ ਬੈਨ ਕਰ ਦੋ, ਗਿਰ ਗਿਆ, ਹੋ ਗਿਆ ਉਹ ਕਹਿੰਦੇ ਟੈਕਸ ਵਧੇਗਾ, ਕਿਉਂਕਿ ਦੇਖੋ ਕਿਉਂਕਿ ਜੇ ਕੰਪਨੀ ਤਾਂ ਆਪਾਂ ਦੇਖਦੇ ਉਹਦਾ ਕੀ ਕਿਵੇਂ ਪਤਾ ਹੈ, ਕੁਛ ਤਾਂ ਹੈ, ਇਹਦਾ ਕੁਛ ਨਹੀਂ ਪਤਾ। ਜੇ ਸਵੇਰੇ ਆ ਕੇ ਹਿੰਦੁਸਤਾਨ ਦੀ ਗਵਰਨਮੈਂਟ ਕਹਿੰਦੇ ਕਿ ਜਿਹਦੇ ਕੋਲ ਕ੍ਰਿਪਟੋ ਵਾਲਟ ਹੈ ਬੰਦ ਕਰ ਦੋ, ਵਜ਼ੀਰ ਐਕਸ ਕਰਕੇ ਕੰਪਨੀ ਸੀ, ਉਹਨਾਂ ਨਾਲ ਵੀ ਕੋਈ ਜਾਇਜ਼ ਰੈਗੂਲਰ ਨਹੀਂ, ਬੰਦ ਹੋ ਗਏ, ਲੋਕਾਂ ਦੇ ਪੈਸੇ ਫਸ ਗਏ ਅੰਦਰ ਵਜ਼ੀਰ ਐਕਸ ਦੇ ਵਿੱਚ। ਅੱਛਾ ਜੀ, ਤਾਂ ਐਪਸ ਬਣੀਆਂ ਨੇ, ਉਹ ਕਰ, ਸਰਕਾਰ ਇਹ ਨਹੀਂ ਕਹਿ ਰਹੀ ਨਾ ਕਰੋ, ਸਰਕਾਰ ਚਾਹ ਵੀ ਰਹੀ ਹੈ ਕਿ ਆਪਣੀ ਵੀ ਕ੍ਰਿਪਟੋ ਕੱਢ ਦੇਵੇ। ਅੱਛਾ, ਸਾਡੀ ਗਵਰਨਮੈਂਟ ਆਪਣੀ ਕ੍ਰਿਪਟੋ ਬਣਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ, ਮਤਲਬ ਨਿਊਜ਼ 'ਚ ਬਹੁਤ ਕੁਝ ਆਉਂਦਾ ਰਹਿੰਦਾ। ਇਹ ਜ਼ਿਆਦਾਤਰ ਨਿਊਜ਼ 'ਤੇ ਚੱਲਦਾ, ਸੈਂਟੀਮੈਂਟਸ ਉਵੇਂ ਨੇ, ਕਿਉਂਕਿ ਹੁਣ ਕੰਪਨੀ ਜਿਵੇਂ ਫੇਰ ਕਹਿਣਗੇ, ਸਾਰੇ ਕਹਿੰਦੇ ਨੇ ਸਟਾਕ 'ਤੇ ਵਾਪਸ ਆ ਜਾਂਦਾ, ਪਰ ਹੁਣ ਕੀ ਕਰੀਏ, ਜੇ ਤੁਸੀਂ ਸਟਾਕ ਦੇਖੋ ਤਾਂ ਕੰਪਨੀ ਦੀ ਵੈਲਿਊ, ਕੰਪਨੀ ਦੇ ਪ੍ਰੋਫਿਟਸ 'ਤੇ ਕੁਝ ਆਧਾਰ 'ਤੇ ਵੱਧਦੇ ਨੇ, ਤੇ ਥੋੜ੍ਹਾ ਜਿਹਾ ਸਪਲਾਈ ਐਂਡ ਡਿਮਾਂਡ ਦੇ ਪ੍ਰਾਈਸਿਸ ਵੱਧਦੇ ਨੇ। ਕ੍ਰਿਪਟੋ ਦੇ ਵਿੱਚ ਆਧਾਰ ਹੀ ਸਿਰਫ ਸਪਲਾਈ ਐਂਡ ਡਿਮਾਂਡ ਹੈ। ਬਹੁਤ ਸਾਰੇ ਲੋਕੀ, ਈਲੋਨ ਮਸਕ ਆ ਕੇ ਕਹਿੰਦਾ ਕਿ ਡੋਜ ਕੋਇਨ ਨੂੰ ਮੈਂ ਬੈਕ ਕੀਤਾ ਹੈ, 70 ਚਲਾ ਜਾਂਦਾ ਹੈ, ਸਵੇਰੇ ਕਹਿੰਦਾ ਨਹੀਂ ਮੈਂ ਤਾਂ ਨਹੀਂ ਕੀਤਾ, ਥੱਲੇ ਗਿਰ ਜਾਂਦਾ। ਤਾਂ ਇਮੋਸ਼ਨਸ ਤੇ ਬੇਸਡ ਹੈ, ਔਰ ਮਤਲਬ ਤੁਸੀਂ ਐਂ ਲਾਓ ਕਿ ਬਿਟਕੋਇਨ ਦਾ ਜਿਹੜਾ ਮੇਜਰ ਚੰਕ ਆ ਉਹ ਬਹੁਤ ਹੀ ਥੋੜੇ ਬੰਦਿਆਂ ਕੋਲ ਹੈ, ਵੇਲਸ ਕਿਹਾ ਜਾਂਦਾ ਉਹਨਾਂ ਨੂੰ, ਮੈਜੋਰਿਟੀ ਆਫ ਬਿਟਕੋਇਨ ਬਹੁਤ ਹੀ ਥੋੜੇ ਬੰਦਿਆਂ ਕੋਲ ਹੈ। ਅੱਛਾ, ਤੇ ਜਿਹਨੇ ਬਣਾਇਆ ਅੱਜ ਤੱਕ ਕਿਸੇ ਨੂੰ ਪਤਾ ਨਹੀਂ, ਨਾਮ ਜ਼ਰੂਰ ਹੈਗਾ ਉਹਦਾ, ਜੈਪਨੀਜ਼ ਨਾਮ ਸਾਊਂਡ ਕਰਦਾ, ਬਟ ਨੋਬਡੀ ਨੋਜ਼ ਉਹ ਕੌਣ ਹੈ, ਉਹਦੀ ਕਦੀ ਨਾ ਸ਼ਕਲ ਨਹੀਂ ਆਈ, ਕੁਝ ਨਹੀਂ ਆਇਆ, ਨੋਬਡੀ ਨੋਜ਼ ਕਿ ਬਿਟਕੋਇਨ ਬੰਦਾ ਕਿਹਨੇ ਬਣਾਇਆ, ਬਟ ਐਗਜ਼ਿਸਟ ਕਰਦਾ ਹੈ। ਨਹੀਂ, ਇੱਕ ਨਵੀਂ ਜਾਣਕਾਰੀ ਮੈਨੂੰ ਲੱਗਦਾ ਪੰਜਾਬੀ ਦੇ ਵਿੱਚ ਵੈਸੇ ਤਾਂ ਕਈ ਲੋਕਾਂ ਨੇ ਟਰਾਈ ਵੀ ਕੀਤਾ ਹੋਊਗਾ, ਪਰ ਇਹ ਇੱਕ ਮਤਲਬ ਸਾਡਾ ਨਜ਼ਰੀਆ, ਹਾਂ ਸਾਡਾ ਨਜ਼ਰੀਆ ਜੋ ਅਸੀਂ ਸਮਝ ਪਾਏ, ਕਈਆਂ ਦਾ ਹੋਊਗਾ, ਕਈਆਂ ਦੇ ਐਕਸਪੀਰੀਅੰਸਿਸ ਅਲੱਗ ਹੋਣਗੇ। ਇਹ ਮਤਲਬ ਥਰੂ ਦਿਸ ਮੈਂ ਆਪਣਾ ਨਜ਼ਰੀਆ, ਜਾਂ ਅਸੀਂ ਇੱਕ ਜਿਸ ਨਜ਼ਰੀਏ 'ਤੇ ਇੱਕ ਨੋਰਮਲੀ ਮੈਂ ਆਪਣੇ ਆਪ ਨੂੰ ਦੇਖਦਾ, ਮੈਂ ਪੈਸੇ ਨੂੰ ਦੇਖਦਾ, ਇਹ ਆਪਾਂ ਉਸ ਤਰੀਕੇ ਨਾਲ ਦੱਸ ਰਹੇ ਹਾਂ, ਕਿਉਂਕਿ ਆਪਣਾ ਇਹਦੇ ਵਿੱਚ ਆਪਾਂ ਇਸ ਜਿੰਨੀਆਂ ਵੀ ਵੀਡੀਓਜ਼ ਆਪਾਂ ਕੀਤੀਆਂ ਪੈਸੇ 'ਤੇ ਹੀ ਰਿਲੇਟਿਡ ਹੀ ਚਰਚਾ ਹੈ, ਕਿ ਕੋਈ ਨਵੀਂ ਚੀਜ਼ ਹੈਗੀ ਆ, ਜਾਂ ਕੋਈ ਪੁਰਾਣਾ ਜਿੱਦਾਂ ਐਫਟੀਜ਼ ਦੀ ਗੱਲ ਹੋਈ ਆ, ਬੈਂਕਿੰਗ ਦੀ ਜਿੱਦਾਂ ਆਪਾਂ ਫਿਊਚਰ 'ਚ ਕਿਤੇ ਗੱਲ ਕਰਾਂਗੇ, ਉਹ ਵੀ ਬਿਜ਼ਨਸ ਜਿੱਦਾਂ ਤੁਸੀਂ ਕਹਿੰਦੇ ਹੈਗੇ, ਤਾਂ ਹਰ ਜਗ੍ਹਾ ਕਿਤੇ ਜੋ ਸਾਡੀ ਜ਼ਿੰਦਗੀ ਦਾ ਬਹੁਤ ਇੰਪੋਰਟੈਂਟ ਪਾਰਟ ਹੈ ਉਹਦੇ 'ਤੇ ਗੱਲ। ਹਾਂ, ਸਿੱਧੀ ਭਾਸ਼ਾ 'ਚ ਕੋਈ ਨਹੀਂ ਮਾਣਾ ਨਹੀਂ, ਕੋਈ ਔਖੇ ਸਵਾਲ ਕੋਈ, ਹਾਂ ਬਹੁਤ ਸਾਰੇ, ਪਰ ਬੜੇ ਚੰਗੇ ਕਮੈਂਟ ਹੈ ਕਿ ਤੁਸੀਂ ਬਹੁਤ ਕਈ ਕਹਿੰਦੇ ਬੜਾ ਸੱਚ ਬੋਲ ਰਹੇ ਹੋ, ਕਈ ਕਹਿ ਰਹੇ ਕਿ ਤੁਸੀਂ ਬੜਾ ਸਿੱਧੀ ਜਾਣਕਾਰੀ, ਨਹੀਂ ਤਾਂ ਲੋਕੀ ਤਾਂ ਬਹੁਤ ਮਤਲਬ ਟਵਿਸਟ ਐਂਡ ਟਰਨ, ਮਤਲਬ ਬੜਾ ਘੁਮਾ ਕੇ ਜਿੱਦਾਂ ਗੱਲਾਂ ਕਰਦੇ ਨੇ, ਆਪਾਂ ਤਾਂ ਬਸ ਸਿੰਪਲ ਜਿਹੇ ਸਿੱਧੇ ਸਾਨੂੰ ਸਮਝ ਆਈ ਕਿ ਇਹਦੇ ਵਿੱਚ ਨਹੀਂ ਸਮਝ ਆਉਂਦੀ ਤਾਂ ਨਹੀਂ ਸਮਝ ਆਉਂਦੀ, ਉਹ ਸਮਝ ਆਉਂਦਾ ਤਾਂ ਸਮਝ ਆਉਂਦਾ ਜੀ। ਦਿਸ ਇਜ਼ ਮਤਲਬ ਜੋ ਸਾਡੇ ਹੈ ਉਹ ਅਸੀਂ ਆਪਣਾ ਨਜ਼ਰੀਆ ਰੱਖਾਂਗੇ, ਜਿਨ੍ਹਾਂ ਦਾ ਹੈਗਾ ਤੁਸੀਂ ਆਪਣਾ ਨਜ਼ਰੀਆ
ਕਮੈਂਟਾਂ 'ਚ ਪਾਓ, ਕੋਈ ਦਿੱਕਤ ਨਹੀਂ ਤੇ ਜੇ ਆਪਾਂ ਇਹ ਵੀ ਕਹਿੰਦੇ ਕਿ ਜੇ ਕਿਸੇ ਨੇ ਕੋਈ ਹੋਰ ਕਿਸੇ ਟੌਪਿਕ ਬਾਰੇ ਮੈਨੂੰ ਲੱਗਦਾ ਕਿ ਜਾਣਕਾਰੀ ਲੈਣੀ ਆ, ਜਿਹਦੇ 'ਤੇ ਗੱਲ ਨਹੀਂ ਹੋਈ ਜਾਂ ਜਿਹੜਾ ਟੌਪਿਕ ਉਹਨਾਂ ਨੂੰ ਕਲੀਅਰ ਨਹੀਂ ਹੈਗਾ, ਤੇ ਤੁਸੀਂ ਕਮੈਂਟ ਕਰੋ। ਆਪਾਂ ਤਾਂ ਇਹ ਕਹਿੰਦੇ ਕਮੈਂਟ ਕਰਨ ਕਿ ਆਪਾਂ ਉਹਦੇ 'ਤੇ ਚਰਚਾ ਨੈਕਸਟ ਟਾਈਮ ਜਾਂ ਆਉਣ ਵਾਲੇ 2-3 ਹਫ਼ਤੇ ਤੱਕ ਆਪਾਂ ਕਰ ਸਕੀਏ। ਜ਼ਰੂਰ ਕਰ ਸਕਦੇ। ਪਰ ਤੁਸੀਂ ਟਾਈਮ ਦਿੱਤਾ, ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।